ਠੀਕ ਆ ਸਟੂਡੈਂਟਸ, ਲਾਸਟ ਟਾਈਮ ਆਪਾਂ ਵੋਲਟਮੀਟਰ ਤੇ ਐਮੀਟਰ ਦਾ ਚੈਪਟਰ ਜਿਹੜਾ ਸੀਗਾ ਉਹਨੂੰ ਸਟੱਡੀ ਕਰ ਲਿਆ ਸੀ ਤੇ ਅੱਜ ਆਪਾਂ ਜਿਹੜਾ ਚੈਪਟਰ ਸਟੱਡੀ ਕਰਨਾ ਹੈ ਉਹਦਾ ਨਾਮ ਆ ਵਾਟਮੀਟਰ। ਸੋ ਵੋਲਟਮੀਟਰ ਜਿਹੜਾ ਸੀਗਾ ਉਹਦੇ ਬਾਰੇ ਆਪਾਂ ਨੂੰ ਪਤਾ ਕਿ ਵੋਲਟਮੀਟਰ ਜਿਹੜਾ ਆਪਾਂ ਉਹਨੂੰ ਵੋਲਟੇਜ ਮੇਅਰ ਕਰਨ ਵਾਸਤੇ ਯੂਜ਼ ਕਰਦੇ ਹਾਂ। ਸੋ ਵੋਲਟੇਜ ਨੂੰ ਆਪਾਂ ਪੋਟੈਂਸ਼ੀਅਲ ਡਿਫਰੈਂਸ ਵੀ ਕਹਿ ਸਕਦੇ ਹਾਂ। ਪੋਟੈਂਸ਼ੀਅਲ ਡਿਫਰੈਂਸ ਜਾਂ ਵੋਲਟੇਜ ਜਦੋਂ ਆਪਾਂ ਸਰਕਟ 'ਚ ਮੇਅਰ ਕਰਨੀ ਹੋਵੇ ਤਾਂ ਉਸ ਟਾਈਮ ਆਪਾਂ ਜਿਹੜਾ ਹੈ ਵੋਲਟਮੀਟਰ ਨੂੰ ਯੂਜ਼ ਕਰਦੇ ਹਾਂ। ਸੈਕਿੰਡ ਸੀਗਾ ਐਮੀਟਰ। ਐਮੀਟਰ ਜਿਹੜਾ ਆ ਸਰਕਟ 'ਚ ਆਪਾਂ ਸੀਰੀਜ਼ 'ਚ ਕਨੈਕਟ ਕਰਦੇ ਹਾਂ। ਸੋ ਇਸੇ ਕਰਕੇ ਕਨੈਕਟ ਕਰਦੇ ਹਾਂ ਕਿਉਂਕਿ ਆਪਾਂ ਉਹਦੇ ਨਾਲ ਕੀ ਆ ਕਰੰਟ ਨੂੰ ਮੇਅਰ ਕਰਨਾ ਹੁੰਦਾ ਤੇ ਕਰੰਟ ਜਿਹੜਾ ਹਮੇਸ਼ਾ ਸੀਰੀਜ਼ 'ਚ ਫਲੋ ਕਰਦਾ। ਇਹ ਚੀਜ਼ ਯਾਦ ਰੱਖਿਓ, ਕਰੰਟ ਸੀਰੀਜ਼ 'ਚ ਫਲੋ ਕਰਦਾ। ਇਸ ਕਰਕੇ ਆਪਾਂ ਜਿਹੜਾ ਕਰੰਟ ਮੀਟਰ ਜਾਂ ਐਮੀਟਰ ਹੁੰਦਾ ਉਹਨੂੰ ਆਪਾਂ ਸੀਰੀਜ਼ 'ਚ ਕਨੈਕਟ ਕਰਦੇ ਹਾਂ। ਤੇ ਵੋਲਟੇਜ ਜਿਹੜੀ ਹੁੰਦੀ ਆ ਉਹ ਪੋਟੈਂਸ਼ੀਅਲ ਡਿਫਰੈਂਸ ਹੁੰਦਾ। ਡਿਫਰੈਂਸ ਜਿਹੜਾ ਹੁੰਦਾ ਉਹ ਹਮੇਸ਼ਾ ਦੋ ਚੀਜ਼ਾਂ ਦਾ ਹੁੰਦਾ, ਇੱਕ ਚੀਜ਼ ਦਾ ਡਿਫਰੈਂਸ ਤਾਂ ਹੁੰਦਾ ਨਹੀਂ। ਸੋ ਇਸ ਕਰਕੇ ਜਿਹੜਾ ਵੋਲਟਮੀਟਰ ਹੋਊਗਾ ਉਹ ਦੋ ਅਲੱਗ-ਅਲੱਗ ਪੋਟੈਂਸ਼ੀਅਲ ਵਾਲੀਆਂ ਪੁਆਇੰਟਸ ਦੇ ਵਿੱਚ ਲੱਗੂਗਾ। ਇੱਕ ਹਾਇਰ ਪੋਟੈਂਸ਼ੀਅਲ, ਇੱਕ ਲੋਅਰ ਪੋਟੈਂਸ਼ੀਅਲ, ਯਾਨੀ ਕਿ ਜਿਹੜਾ ਮੇਰਾ ਵੋਲਟਮੀਟਰ ਹੋਊਗਾ ਉਹ ਹਮੇਸ਼ਾ ਪੈਰਲਲ 'ਚ ਲੱਗੂਗਾ, ਐਮੀਟਰ ਜਿਹੜਾ ਹੋਊਗਾ ਉਹ ਸੀਰੀਜ਼ 'ਚ ਲੱਗੂਗਾ। ਹੁਣ ਥਰਡ ਮੇਰੇ ਕੋਲ ਜਿਹੜਾ ਮੀਟਰ ਅੱਜ ਆਪਾਂ ਸਟੱਡੀ ਕਰਨਾ ਜਿਹਦੇ ਬਾਰੇ ਪੂਰਾ, ਉਹ ਹੈ ਵਾਟਮੀਟਰ। ਸੋ ਵਾਟਮੀਟਰ ਕੀ ਚੀਜ਼ ਹੁੰਦੀ ਆ? ਹੁਣ ਵੈਸੇ ਆਪਾਂ ਨੂੰ ਪਤਾ ਵੀ ਜਿਹੜੀ ਪਾਵਰ ਹੁੰਦੀ ਆ ਉਹ ਇਜ਼ ਇਕੁਅਲ ਟੂ ਹੁੰਦੀ ਆ ਵੋਲਟੇਜ ਤੇ ਕਰੰਟ ਦੇ ਮਲਟੀਪਲੀਕੇਸ਼ਨ ਦੇ ਇਕੁਅਲ, ਠੀਕ ਹੈ, ਯਾਨੀ ਕਿ V/I। ਸੋ ਜੇ DC ਸਰਕਟ ਦੀ ਆਪਾਂ ਗੱਲ ਕਰਦੇ ਹਾਂ ਤਾਂ ਉੱਥੇ ਪਾਵਰ ਕੀ ਆ? ਪ੍ਰੋਡਕਟ ਹੁੰਦੀ ਹੈ ਕਿਹਦਾ ਵੋਲਟੇਜ ਦਾ ਤੇ ਕਰੰਟ ਦਾ। ਸੋ DC ਸਰਕਟ ਦੇ ਕੇਸ ਦੇ ਵਿੱਚ ਆਪਣਾ ਜਿਹੜਾ ਪਾਵਰ ਹੁੰਦੀ ਆ ਉਹ ਪ੍ਰੋਡਕਟ ਹੁੰਦੀ ਵੋਲਟੇਜ ਤੇ ਕਰੰਟ ਦਾ, ਸਿਰਫ ਵੋਲਟੇਜ ਤੇ ਕਰੰਟ ਦਾ। ਸੋ ਪਾਵਰ ਜਿਹੜੀ ਆ VI ਦੇ ਇਕੁਅਲ ਹੁੰਦੀ ਆ। ਆਪਾਂ ਜੇ ਮੰਨ ਲਓ ਪਾਵਰ ਮੇਅਰ ਕਰਨੀ ਹੈ DC ਸਰਕਟ ਦੀ ਤਾਂ ਆਪਾਂ ਇੱਕ ਉੱਥੇ ਵੋਲਟਮੀਟਰ ਲਾਵਾਂਗੇ, ਇੱਕ ਆਪਾਂ ਉੱਥੇ ਐਮੀਟਰ ਲਾਵਾਂਗੇ, ਤਾਂ ਆਪਾਂ ਜਿਹੜੀ ਆ ਪਾਵਰ ਨੂੰ ਈਜ਼ੀਲੀ ਮੇਅਰ ਕਰ ਲਵਾਂਗੇ। ਬਟ ਹੁਣ AC ਦੇ ਸਰਕਟ ਦੇ ਕੇਸ 'ਚ ਕੀ ਹੁੰਦਾ, ਜਿਹੜੀ ਪਾਵਰ ਹੁੰਦੀ ਨਾ ਉਹਦੇ ਵਿੱਚ ਆਪਣਾ ਨਾ cos φ ਯਾਨੀ ਕਿ ਪਾਵਰ ਫੈਕਟਰ ਵੀ ਇਨਕਲੂਡ ਹੋ ਜਾਂਦਾ। ਮੀਨਸ ਕਿ ਜਿਹੜੀ ਆਪਣੀ ਪਾਵਰ ਹੁੰਦੀ ਉਹਦੀ ਵੈਲਿਊ ਜਿਹੜੀ ਆ ਉਹ VI cos φ ਦੇ ਇਕੁਅਲ ਹੋ ਜਾਂਦੀ। cos φ ਸਟੈਂਡਸ ਫॉर ਪਾਵਰ ਫੈਕਟਰ, ਠੀਕ ਆ। ਜਾਂ ਫਿਰ ਇਹਨੂੰ ਆਪਾਂ ਕੋਸਾਈਨ ਐਂਗਲ ਬਿਟਵੀਨ ਵੋਲਟੇਜ ਐਂਡ ਕਰੰਟ ਵੀ ਕਹਿ ਦਿੰਦੇ ਹਾਂ, ਜਾਂ R/Z ਵੀ ਇਹਦਾ ਫਾਰਮੂਲਾ ਹੁੰਦਾ, ਠੀਕ ਹੈ। ਸੋ ਜਿਹੜਾ ਇੰਡਕਟਿਵ ਲੋਡ ਹੁੰਦਾ ਉਹਦਾ ਪਾਵਰ ਫੈਕਟਰ ਲੈਗਿੰਗ ਹੁੰਦਾ। ਕੈਪੈਸਿਟਿਵ ਲੋਡ ਜਿਹੜਾ ਹੁੰਦਾ, ਇੰਡਕਟਿਵ ਲੋਡ ਮਤਲਬ ਕਿ ਜਿੱਥੇ ਮੋਟਰਾਂ ਵਗੈਰਾ ਲੱਗੀਆਂ ਹੁੰਦੀਆਂ ਉੱਥੇ ਲੈਗਿੰਗ ਲੋਡ ਹੋਊਗਾ। ਸੋ ਪਾਵਰ ਫੈਕਟਰ ਤਾਂ ਤੁਹਾਨੂੰ ਥੋੜ੍ਹਾ ਬਹੁਤਾ ਦੱਸ ਦੇਣਾ ਮੈਂ, ਪਾਵਰ ਫੈਕਟਰ ਬਾਰੇ ਵੀ ਡਿਟੇਲ 'ਚ ਆਪਾਂ ਅੱਗੇ ਜਾ ਕੇ ਸਟੱਡੀ ਕਰਾਂਗੇ। ਪਾਵਰ ਫੈਕਟਰ ਜਿਹੜਾ ਹੁੰਦਾ ਨਾ ਬੇਸਿਕਲੀ ਆਪਣਾ ਜੇ ਗੱਲ ਕਰੀ ਜਾਵੇ ਐਂਗਲ ਹੁੰਦਾ ਵੋਲਟੇਜ ਤੇ ਕਰੰਟ ਦਾ ਕੋਸਾਈਨ ਐਂਗਲ। ਹੁਣ ਦੇਖੋ ਜਿਹੜੀ ਵੋਲਟੇਜ ਦੀ ਆਪਣੀ ਵੇਵ ਹੁੰਦੀ ਆ ਉਹਦੇ ਵਿੱਚ ਵੋਲਟੇਜ ਤੇ ਕਰੰਟ ਦੋਨਾਂ ਦੀ ਵੇਵ ਜਿਹੜੀ ਹੁੰਦੀ ਇਕੱਠੀ ਨਹੀਂ ਜਾਂਦੀ। ਜੇ ਆਪਾਂ ਸਪਲਾਈ ਵੇਵ ਦੀ ਗੱਲ ਕਰੀਏ, ਜੇ ਤਾਂ ਵੋਲਟੇਜ ਦੀ ਵੇਵ ਜਿਹੜੀ ਆ AC ਵੇਵ ਆ, ਸਾਈਨ ਵੇਵ ਆ, ਵੋਲਟੇਜ ਦੀ ਵੇਵ ਅੱਗੇ ਜਾ ਰਹੀ ਆ, ਕਰੰਟ ਦੀ ਵੇਵ ਜਿਹੜੀ ਆ ਉਸ ਤੋਂ ਪਿੱਛੇ ਆ, ਤਾਂ ਆਪਾਂ ਕਹਾਂਗੇ ਵੀ ਵੋਲਟੇਜ ਲੀਡਿੰਗ ਆ, ਬਿਕੋਜ਼ ਵੋਲਟੇਜ ਆਪਣਾ ਜਿਹੜਾ 0 ਆ ਪਹਿਲਾਂ ਕਰਦੀ ਪਈ ਆ ਕੰਪਲੀਟ। ਸੋ ਇਸ ਕੇਸ ਦੇ ਵਿੱਚ ਕੀ ਆ, ਵੋਲਟੇਜ ਲੀਡ ਕਰ ਰਹੀ ਆ, ਇਸ ਕਰਕੇ ਜਿਹੜਾ ਆਪਣਾ ਪਾਵਰ ਫੈਕਟਰ ਹੋਊਗਾ ਉਹ ਕੀ ਹੋਊਗਾ, ਲੈਗਿੰਗ ਹੋਊਗਾ। ਇੱਦਾਂ ਹੀ ਜੇ ਕਰੰਟ ਦੀ ਵੇਵ ਆਪਣਾ 0 ਪਹਿਲਾਂ ਕੰਪਲੀਟ ਕਰਦੀ ਆ, ਕਰੰਟ ਦੀ ਵੇਵ ਅੱਗੇ ਆ, ਵੋਲਟੇਜ ਦੀ ਵੇਵ ਪਿੱਛੇ ਆ, ਤਾਂ ਉੱਥੇ ਕੀ ਹੋਊਗਾ, ਆਪਣਾ ਪਾਵਰ ਫੈਕਟਰ ਕੀ ਹੋਊਗਾ, ਲੀਡਿੰਗ ਹੋਊਗਾ, ਕਿਉਂਕਿ ਕਰੰਟ ਅੱਗੇ ਚੱਲ ਰਿਹਾ ਤੇ ਕਰੰਟ ਆਪਣਾ ਜਿਹੜਾ 0 ਪਹਿਲਾਂ ਕੰਪਲੀਟ ਕਰਦਾ ਪਿਆ। ਸੋ ਪਾਵਰ ਫੈਕਟਰ ਘੱਟ ਹੋਣ ਦੇ ਨਾਲ ਕੀ ਹੁੰਦਾ, ਆਪਣੇ ਸਰਕਟ ਦੀ ਐਫੀਸ਼ੀਐਂਸੀ ਜਿਹੜੀ ਹੁੰਦੀ ਪਿਓਰ ਹੁੰਦੀ। ਜਿੱਦਾਂ ਕਿ ਮੰਨ ਲਓ ਆਪਣੇ ਸਿਸਟਮ ਦੀ ਜਿਹੜੀ ਕਿਸੇ ਇੰਡਸਟਰੀ ਦੀ ਜਿਹੜਾ ਪਾਵਰ ਫੈਕਟਰ ਉਹਦਾ 0.8 ਆ, ਯਾਨੀ ਕਿ ਉਹਦੀ ਐਫੀਸ਼ੀਐਂਸੀ ਕਿੰਨੀ ਹੋਊਗੀ, 80% ਐਫੀਸ਼ੀਐਂਸੀ ਤੇ ਉਹਦੀ ਇੰਡਸਟਰੀ ਕੰਮ ਕਰਦੀ ਪਈ ਆ, ਠੀਕ ਆ। ਸੋ ਇਹ ਪਾਵਰ ਫੈਕਟਰ ਹੁੰਦਾ ਆਪਣੇ ਕੋਲ, ਡਿਟੇਲ 'ਚ ਵੀ ਤੁਹਾਨੂੰ ਅੱਗੇ ਜਾ ਕੇ ਸਮਝਾ ਦੇਵਾਂਗੇ। ਸੋ ਹੁਣ ਦੇਖੋ ਜੇ AC ਸਰਕਟ ਦੀ ਮੈਂ ਪਾਵਰ ਮੇਅਰ ਕਰਨੀ ਆ ਤਾਂ ਇੱਥੇ ਮੈਨੂੰ ਕੀ ਕਰਨਾ ਪਊਗਾ, ਵੋਲਟਮੀਟਰ ਲਗਾਉਣਾ ਪਊਗਾ, ਐਮੀਟਰ ਵੀ ਲਗਾਉਣਾ ਪਊਗਾ, ਇੱਕ ਪਾਵਰ ਫੈਕਟਰ ਮੀਟਰ ਵੀ ਲਗਾਉਣਾ ਪਊਗਾ। ਸੋ ਇਹਨਾਂ ਤਿੰਨਾਂ ਮੀਟਰਸ ਨੂੰ ਯੂਜ਼ ਕਰਕੇ ਮੈਂ ਕੀ ਆ ਇੱਕ ਪਾਵਰ ਮੇਅਰ ਕਰ ਰਿਹਾ। ਹੁਣ ਦੇਖੋ ਇੰਨੇ ਮੀਟਰ ਮੈਂ ਇੱਥੇ ਯੂਜ਼ ਕਰ ਰਿਹਾ, ਜਿੰਨੇ ਜ਼ਿਆਦਾ ਮੈਂ ਮੀਟਰ ਯੂਜ਼ ਕਰੂੰਗਾ ਉਨੀਆਂ ਜ਼ਿਆਦਾ ਮੇਰੇ ਕੋਲ ਕਨੈਕਸ਼ਨਸ ਹੋਣਗੇ, ਉਨੇ ਜ਼ਿਆਦਾ ਮੇਰੇ ਕੋਲ ਕੰਪਲੀਕੇਸ਼ਨਸ ਵੀ ਹੋਣਗੀਆਂ, ਠੀਕ ਆ। ਸੋ ਸਿੰਗਲ ਮੀਟਰ ਦੀ ਰੀਡਿੰਗ ਲੈ ਕੇ ਫਿਰ ਉਹਨੂੰ ਮਲਟੀਪਲਾਈ ਕਰਨਾ, ਉਹਦੇ ਵਿੱਚ ਐਰਰ ਦਾ, ਹਿਊਮਨ ਐਰਰ ਦੀ ਵੀ ਜਿਹੜੀ ਚਾਂਸਸ ਜ਼ਿਆਦਾ ਹੁੰਦੇ ਆ। ਸੋ ਇਸ ਕਰਕੇ ਆਪਾਂ ਕੀ ਕਰਦੇ ਹਾਂ, AC ਸਰਕਟ ਦੇ ਕੇਸ ਦੇ ਵਿੱਚ ਜਦੋਂ ਵੀ ਆਪਾਂ ਪਾਵਰ ਨੂੰ ਮੇਅਰ ਕਰਨਾ ਹੋਵੇ ਤਾਂ ਆਪਾਂ ਕੀ ਆ ਇੱਕ ਸਿੰਗਲ ਮੀਟਰ ਯੂਜ਼ ਕਰਦੇ ਹਾਂ, ਜਿਹਨੂੰ ਆਪਾਂ ਕੀ ਕਹਿੰਦੇ ਆ ਕਿ ਇਹ ਵਾਟਮੀਟਰ ਆ, ਠੀਕ ਹੈ। ਸਿੰਗਲ ਮੀਟਰ ਜਿਹਦੇ ਨਾਲ ਆਪਾਂ ਪਾਵਰ ਮੇਅਰ ਕਰਦੇ ਹਾਂ, ਇਹ DC 'ਚ ਵੀ, DC ਦੀ ਵੀ ਮੇਅਰ ਕਰ ਸਕਦੇ, AC ਦੀ ਵੀ ਮੇਅਰ ਕਰ ਸਕਦੇ ਹਾਂ, ਅਲੱਗ-ਅਲੱਗ ਹੁੰਦੇ, ਠੀਕ ਹੈ। ਸੋ ਉਹਨੂੰ ਆਪਾਂ ਕੀ ਕਹਾਂਗੇ, ਇਹ ਵਾਟਮੀਟਰ ਆ। ਸੋ ਵਾਟਮੀਟਰ ਜਿਹੜਾ ਹੁੰਦਾ ਇਹਦੇ ਵਿੱਚ ਆਪਾਂ ਸਭ ਤੋਂ ਪਹਿਲੀ ਇਹਦੀ ਕਲਾਸੀਫਿਕੇਸ਼ਨ ਪਾਉਣੀ ਆ ਡਾਇਨਮੋਮੀਟਰ ਟਾਈਪ ਇੰਸਟਰੂਮੈਂਟਸ, ਠੀਕ ਹੈ। ਡਾਇਨਮੋਮੀਟਰ ਟਾਈਪ ਇੰਸਟਰੂਮੈਂਟ ਜਿੱਦਾਂ ਆਪਣੇ ਵੋਲਟੇਜ ਕਰੰਟ ਦੇ ਕੇਸ ਦੇ ਵਿੱਚ ਆਪਾਂ ਪੜ੍ਹੇ ਸੀ ਮੂਵਿੰਗ ਆਇਰਨ ਇੰਸਟਰੂਮੈਂਟ ਤੇ ਮੂਵਿੰਗ ਕੋਇਲ ਇੰਸਟਰੂਮੈਂਟ, ਦੋ ਤਰ੍ਹਾਂ ਦੇ ਇੰਸਟਰੂਮੈਂਟ ਪੜ੍ਹੇ ਸੀ ਨਾ। ਉੱਦਾਂ ਹੀ ਵਾਟਮੀਟਰ ਜਿਹੜੇ ਹੁੰਦੇ ਆ ਇਹਦੀਆਂ ਵੀ ਕਲਾਸੀਫਿਕੇਸ਼ਨ ਹੁੰਦੀਆਂ ਐਜ਼ ਪਰ ਦੇਅਰ ਕੰਸਟਰਕਸ਼ਨ। ਦੋ ਹੁੰਦੀਆਂ, ਇੱਕ ਤਾਂ ਹੁੰਦੀ ਆਪਣੇ ਕੋਲ ਆਹ ਡਾਇਨਮੋਮੀਟਰ ਟਾਈਪ ਤੇ ਇੱਕ ਹੁੰਦੀ ਇੰਡਕਸ਼ਨ ਟਾਈਪ, ਠੀਕ ਆ। ਸੋ ਦੋਨੋਂ ਸਟੱਡੀ ਕਰਨੀਆਂ। ਪਹਿਲਾਂ ਆਪਾਂ ਡਾਇਨਮੋਮੀਟਰ ਟਾਈਪ ਜਿਹੜੀ ਆ ਇੰਸਟਰੂਮੈਂਟ ਇਹਨਾਂ ਦੇ ਬਾਰੇ ਪੜ੍ਹਾਂਗੇ ਕਿ ਕੀ ਚੀਜ਼ ਹੁੰਦੀ ਆ ਤੇ ਕਿੱਦਾਂ ਇਹ ਕੰਮ ਕਰਦੇ ਆ। ਸੋ ਥੀਸ ਇੰਸਟਰੂਮੈਂਟਸ ਆਰ ਆਲਸੋ ਨੋਨ ਐਜ਼ ਇਲੈਕਟ੍ਰੋਡਾਇਨਮਿਕਸ ਇੰਸਟਰੂਮੈਂਟ। ਇਹਨਾਂ ਨੂੰ ਕੀ ਆ, ਆਪਾਂ ਇਲੈਕਟ੍ਰੋਡਾਇਨਮਿਕ ਇੰਸਟਰੂਮੈਂਟਸ ਵੀ ਕਹਿੰਦੇ ਆ। ਤੇ ਇਹ ਜਿਹੜੇ ਇੰਸਟਰੂਮੈਂਟਸ ਹੁੰਦੇ ਆ ਬੇਸਿਕਲੀ ਕਿਹੜੇ ਹੁੰਦੇ ਆ, ਮੂਵਿੰਗ ਕੋਇਲ ਇੰਸਟਰੂਮੈਂਟਸ ਹੁੰਦੇ ਆ। ਮੂਵਿੰਗ ਕੋਇਲ ਇੰਸਟਰੂਮੈਂਟਸ ਦਾ ਕੀ ਮਤਲਬ ਆ,
ਨਾਮ ਤੋਂ ਹੀ ਪਤਾ ਲੱਗਦਾ ਮੂਵਿੰਗ ਕੋਇਲ, ਯਾਨੀ ਕਿ ਇਹਦੇ ਵਿੱਚ ਵੀ ਕੀ ਹੋਊਗਾ, ਕੋਇਲ ਜਿਹੜੀ ਹੋਊਗੀ ਉਹ ਮੂਵ ਕਰੂਗੀ, ਠੀਕ ਆ। ਕੋਇਲ ਕੀ ਹੋਊਗੀ, ਮੂਵਿੰਗ ਹੋਊਗੀ, ਮੂਵਿੰਗ ਕੋਇਲ ਇੰਸਟਰੂਮੈਂਟਸ ਹੋਣਗੇ। ਸੋ ਹੁਣ ਤੁਹਾਡੇ ਮਾਈਂਡ 'ਚ ਇਹ ਵੀ ਕੁਐਸਚਨ ਰਾਈਜ਼ ਹੁੰਦਾ ਹੋਣਾ ਕਿ ਜਿਹੜੇ ਮੂਵਿੰਗ ਕੋਇਲ ਇੰਸਟਰੂਮੈਂਟ ਸੀਗੇ ਉਹ ਤਾਂ ਆਪਾਂ ਡੀਸੀ ਸਰਕਟ, ਉਹਨੂੰ ਸਿਰਫ ਡੀਸੀ ਮੇਅਰ ਕਰ ਸਕਦੇ, ਏਸੀ ਮੇਅਰ ਹੀ ਨਹੀਂ ਕਰ ਸਕਦੇ ਸੀ। ਬਟ ਇੱਥੇ ਆਪਾਂ ਮੂਵਿੰਗ ਕੋਇਲ ਦੇ ਨਾਲ ਜਿਹੜਾ ਆ ਉਹ ਆਪਾਂ ਏਸੀ ਕਰੰਟ ਮੇਅਰ ਕਰ ਰਹੇ ਹਾਂ, ਠੀਕ ਆ। ਸੋ ਉਹਦਾ ਵੀ ਤੁਹਾਨੂੰ ਅੱਗੇ ਜਾ ਕੇ ਮੈਂ ਜਵਾਬ ਦਊਂਗਾ, ਉਹਦਾ ਜਵਾਬ ਇਹਦੀ ਕੰਸਟਰਕਸ਼ਨ ਦੇ ਵਿੱਚ ਹੀ ਆ। ਬਿਕੋਜ਼ ਜਿਹੜਾ ਮੂਵਿੰਗ ਕੋਇਲ ਇੰਸਟਰੂਮੈਂਟ ਵੋਲਟੇਜ ਤੇ ਕਰੰਟ ਮੇਅਰ ਕਰਨ ਵਾਸਤੇ ਆਪਾਂ ਯੂਜ਼ ਕਰਦੇ ਸੀਗੇ ਨਾ, ਉੱਥੇ ਦੇਖੋ ਸੀ ਪਰਮਾਨੈਂਟ ਮੈਗਨੇਟ ਲੱਗੇ ਹੁੰਦੇ ਸੀ ਦੋਨੋਂ ਸਾਈਡ 'ਤੇ, ਠੀਕ ਆ। ਬਟ ਡਾਇਨਾਮੋਮੀਟਰ ਦੇ ਵਿੱਚ ਕੀ ਹੈ, ਇਹ ਪਰਮਾਨੈਂਟ ਮੈਗਨੇਟ ਨਹੀਂ ਹੈ, ਇੱਥੇ ਆਪਾਂ ਇਲੈਕਟ੍ਰੋਮੈਗਨੈਟ ਯੂਜ਼ ਕਰ ਲਿਆ। ਇਸ ਕਰਕੇ ਜਿਹੜੇ ਇਸ ਡਾਇਨਾਮੋਮੀਟਰ ਟਾਈਪ ਮੂਵਿੰਗ ਕੋਇਲ ਇੰਸਟਰੂਮੈਂਟਸ ਹੈਗੇ ਆ ਨਾ, ਇਹਨਾਂ ਨੂੰ ਆਪਾਂ ਕੀ ਹੈ ਏਸੀ ਮੇਅਰਮੈਂਟ ਵਾਸਤੇ ਯੂਜ਼ ਕਰ ਸਕਦੇ ਹਾਂ, ਕਿਉਂਕਿ ਉਹਦੇ ਵਿੱਚ ਆਪਾਂ ਇਹਦੇ ਵਿੱਚ ਆਪਾਂ ਸਿਰਫ ਡੀਸੀ 'ਚ ਯੂਜ਼ ਕਰ ਸਕਦੇ ਸੀ। ਮੂਵਿੰਗ ਕੋਇਲ ਇੰਸਟਰੂਮੈਂਟ ਜਿਹੜੇ ਸੀਗੇ ਏਸੀ 'ਚ ਨਹੀਂ ਯੂਜ਼ ਕਰ ਸਕਦੇ ਸੀ, ਕਿਉਂਕਿ ਉਹ 'ਚ ਪਰਮਾਨੈਂਟ ਮੈਗਨੇਟ ਸੀਗੇ, ਠੀਕ ਆ। ਪਰਮਾਨੈਂਟ ਮੈਗਨੇਟ ਹੋਣ ਕਰਕੇ ਉਹਨਾਂ ਦਾ ਫੀਲਡ ਜਿਹੜਾ ਹੁੰਦਾ ਸੀ ਉਹਦੀ ਡਾਇਰੈਕਸ਼ਨ ਨਹੀਂ ਸੀ ਚੇਂਜ ਹੁੰਦੀ ਅਤੇ ਉਹ ਆਪਣਾ ਵਰਕ ਨਹੀਂ ਸੀ ਕਰਦਾ। ਬਟ ਇਹਦੇ ਵਿੱਚ ਇੱਦਾਂ ਤਾਂ ਨਹੀਂ, ਇਹ 'ਚ ਇਲੈਕਟ੍ਰੋਮੈਗਨੈਟ ਹੈ, ਇਹਦੇ ਵਿੱਚ ਵੀ ਕਰੰਟ ਦੀ ਡਾਇਰੈਕਸ਼ਨ ਚੇਂਜ ਹੋਊਗੀ, ਜਿਹਦੇ ਕਰਕੇ ਏਸੀ ਡੀਸੀ ਦੋਨਾਂ 'ਤੇ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਅਤੇ ਜੇ ਆਪਾਂ ਪੋਲੈਰਿਟੀ ਚੇਂਜ ਵੀ ਕਰ ਦੇਵਾਂਗੇ ਤਾਂ ਵੀ ਇਹਦੀ ਡਾਇਰੈਕਸ਼ਨ 'ਤੇ ਜਿਹੜਾ ਆ ਕੋਈ ਵੀ ਫਰਕ ਨਹੀਂ ਪਊਗਾ। ਸੋ ਇਸ ਕੇਸ 'ਚ ਕੀ ਆ, ਦ ਓਪਰੇਟਿੰਗ ਫੀਲਡ ਇਜ਼ ਪ੍ਰੋਡਿਊਸਡ ਬਾਈ ਫਿਕਸਡ ਕੋਇਲ ਇੰਸਟੈਡ ਆਫ ਪਰਮਾਨੈਂਟ ਮੈਗਨੇਟ। ਉਹੀ ਜਿਹੜੀ ਤੁਹਾਨੂੰ ਮੈਂ ਚੀਜ਼ ਦੱਸ ਕੇ ਹਟਿਆ ਕਿ ਜਿਹੜੀ ਓਪਰੇਟਿੰਗ ਫੀਲਡ ਹੁੰਦਾ, ਜਿਹਨੇ ਓਪਰੇਟ ਕਰਨਾ ਹੁੰਦਾ ਇੰਸਟਰੂਮੈਂਟ ਨੂੰ, ਉਹ ਮੂਵਿੰਗ ਕੋਇਲ ਦੇ ਵਿੱਚ ਕੀ ਸੀਗਾ, ਪਰਮਾਨੈਂਟ ਮੈਗਨੇਟ ਸੀ। ਬਟ ਡਾਇਨਾਮੋਮੀਟਰ ਦੇ ਵਿੱਚ ਕੀ ਆ, ਇਹ ਫਿਕਸਡ ਜਿਹੜੀਆਂ ਆ ਆਪਾਂ ਕੋਇਲਸ ਯੂਜ਼ ਕਰ ਰਹੇ ਹਾਂ ਇੰਸਟੈਡ ਆਫ ਯੂਜ਼ਿੰਗ ਪਰਮਾਨੈਂਟ ਮੈਗਨੇਟ। ਸੋ a wattmeter in which fixed coil produce operating field is known as dynamometer type wattmeter। ਸੋ ਮੂਵਿੰਗ ਕੋਇਲ ਇੰਸਟਰੂਮੈਂਟ ਜਿਹਦੇ ਵਿੱਚ ਫਿਕਸਡ ਕੋਇਲ ਨੂੰ ਆਪਾਂ ਯੂਜ਼ ਕਰਦੇ ਹਾਂ ਆਪਰੇਟਿੰਗ ਫੀਲਡ ਨੂੰ ਪ੍ਰੋਡਿਊਸ ਕਰਨ ਵਾਸਤੇ, ਉਹ ਫੀਲਡ ਜਿਹਨੇ ਆਪਣੇ ਸਿਸਟਮ ਨੂੰ ਜਾਂ ਜਿਹਨੇ ਆਪਣੇ ਪੁਆਇੰਟਰ ਦੀ ਜਿਹਦੇ ਕਰਕੇ ਮੂਵਮੈਂਟ ਹੋਣੀ ਆ, ਉਹ ਆਪਾਂ ਜਿਹੜਾ ਇੰਸਟਰੂਮੈਂਟ ਹੋਊਗਾ ਉਹਨੂੰ ਆਪਾਂ ਕੀ ਕਹਾਂਗੇ ਕਿ ਇਹ ਡਾਇਨਾਮੋਮੀਟਰ ਟਾਈਪ ਵਾਟਮੀਟਰ ਆ ਜਾਂ ਡਾਇਨਾਮੋਮੀਟਰ ਟਾਈਪ ਇੰਸਟਰੂਮੈਂਟ ਆ। ਸੋ ਜਿਹੜੇ ਡਾਇਨਾਮੋਮੀਟਰ ਟਾਈਪ ਵਾਟਮੀਟਰ ਹੁੰਦੇ ਨਾ, ਇਹਨਾਂ ਨੂੰ ਆਪਾਂ ਬਹੁਤ ਮਤਲਬ ਕਿ ਜ਼ਿਆਦਾ ਯੂਜ਼ ਕਰਦੇ ਹਾਂ ਏਸੀ ਸਰਕਟ ਦੀ ਪਾਵਰ ਮੇਅਰ ਕਰਨ ਵਾਸਤੇ, ਠੀਕ ਹੈ। ਯਾਨੀ ਕਿ ਬੜੇ ਹੀ ਜ਼ਿਆਦਾ ਯੂਜ਼ ਹੋਣ ਵਾਲੇ ਜੇ ਆਪਾਂ ਕਹਿ ਸਕਦੇ ਹਾਂ ਕਿ ਵਾਟਮੀਟਰ ਆ ਡਾਇਨਾਮੋਮੀਟਰ ਟਾਈਪ ਇੰਸਟਰੂਮੈਂਟ, ਠੀਕ ਹੈ। ਇਹਨਾਂ ਨੂੰ ਆਪਾਂ ਏਸੀ ਸਰਕਟ ਦੀ ਪਾਵਰ ਮੇਅਰ ਕਰਨ ਵਾਸਤੇ ਕਾਮਨਲੀ ਯੂਜ਼ ਕਰਦੇ ਹਾਂ। ਕੰਸਟਰਕਸ਼ਨ ਇਹ ਹੈਗੀ ਹੈ, ਡਿਟੇਲ ਦੇ ਵਿੱਚ ਵੀ ਆਪਾਂ ਅੱਗੇ ਜਾ ਕੇ ਇਹਨੂੰ ਸਮਝਾਂਗੇ। ਜਿਹੜਾ ਡਾਇਨਾਮੋਮੀਟਰ ਟਾਈਪ ਇੰਸਟਰੂਮੈਂਟਸ ਦਾ ਜਿਹੜਾ ਬੇਸਿਕ ਪ੍ਰਿੰਸੀਪਲ ਆ ਨਾ, ਉਹ ਪ੍ਰਿੰਸੀਪਲ ਜਿਹੜਾ ਆ ਉਹ ਐਕਚੁਅਲ ਦੇ ਵਿੱਚ ਮੂਵਿੰਗ ਕੋਇਲ ਵਾਲਾ ਜਿਹੜਾ ਪ੍ਰਿੰਸੀਪਲ ਸੀ ਨਾ, ਉਹਦੇ ਨਾਲ ਆਲਮੋਸਟ ਮੈਚ ਕਰਦਾ। ਸੋ ਮੂਵਿੰਗ ਕੋਇਲ ਇੰਸਟਰੂਮੈਂਟ ਦੇ ਵਿੱਚ ਆਪਾਂ ਕੀ ਪੜ੍ਹਿਆ ਸੀਗਾ ਕਿ ਦੋ ਪਰਮਾਨੈਂਟ ਮੈਗਨੇਟ ਹੁੰਦੇ ਆ, ਜਿਨ੍ਹਾਂ ਦਾ ਇੱਕ ਆਪਣਾ ਕੀ ਹੁੰਦਾ, ਮੈਗਨੈਟਿਕ ਫੀਲਡ ਹੁੰਦਾ। ਅਤੇ ਜਦੋਂ ਉਸ ਮੈਗਨੈਟਿਕ ਫੀਲਡ ਦੇ ਵਿੱਚ ਆਪਾਂ ਕੀ ਕਰਦੇ ਹਾਂ, ਇੱਕ ਕਰੰਟ ਕੈਰਿੰਗ ਕੰਡਕਟਰ ਰੱਖ ਦਿੰਦੇ ਹਾਂ, ਤਾਂ ਐਜ਼ ਪਰ ਲੈਫਟ ਹੈਂਡ ਰੂਲ ਉਹਦੇ ਉੱਪਰ ਕੀ ਹੁੰਦਾ, ਆਪਣੇ ਕੋਲ ਜਿਹੜੀ ਫੋਰਸ ਹੁੰਦੀ ਆ ਉਹ ਐਗਜ਼ਰਟ ਹੋ ਜਾਂਦੀ ਆ, ਠੀਕ ਆ। ਸੋ ਉਹੀ ਆਲਮੋਸਟ ਸੇਮ ਪ੍ਰਿੰਸੀਪਲ ਜਿਹੜਾ ਆਪਾਂ ਇੱਥੇ ਵੀ ਯੂਜ਼ ਕਰਨਾ, ਬਟ ਇੱਥੇ ਆਪਾਂ ਕੀ ਆ, ਜਿਹੜਾ ਪਰਮਾਨੈਂਟ ਮੈਗਨੇਟ ਆ ਉਹਨੂੰ ਆਪਾਂ ਰੀਪਲੇਸ ਕਰਤਾ ਆ ਕਰੰਟ ਕੈਰਿੰਗ ਕੋਇਲਸ ਦੇ ਨਾਲ। ਸੋ ਇੱਥੇ ਕੀ ਆ, ਜਿਹੜੀਆਂ ਦੋ ਫਿਕਸਡ ਕਰੰਟ ਕੈਰਿੰਗ ਕੋਇਲਸ ਆ, ਇਹਨਾਂ ਨੂੰ ਜਦੋਂ ਆਪਾਂ ਕਰੰਟ ਦੇਵਾਂਗੇ ਤਾਂ ਇਹਨਾਂ ਨੇ ਕੀ ਕਰਨਾ, ਆਪਣਾ ਮੈਗਨੈਟਿਕ ਫੀਲਡ ਬਣਾ ਦੇਣਾ। ਦੇਖੋ ਡਾਟਡ ਸ਼ੋ ਕੀਤਾ ਹੋਇਆ ਆਪਾਂ, ਇਹ ਕੀ ਆ, ਇਹਨਾਂ ਦਾ ਮੈਗਨੈਟਿਕ ਫੀਲਡ ਬਣਿਆ ਹੋਇਆ ਜਿਹੜੀ ਫਿਕਸਡ ਕੋਇਲ ਆ। ਹੁਣ ਇਹ ਜਿਹੜੀ ਫਿਕਸਡ ਕੋਇਲ ਆ, ਇਹਨਾਂ ਦਾ ਆਪਣਾ ਮੈਗਨੈਟਿਕ ਫੀਲਡ ਬਣਿਆ। ਉਸ ਮੈਗਨੈਟਿਕ ਫੀਲਡ ਦੇ ਵਿੱਚ ਮੈਂ ਕੀ ਕੀਤਾ, ਆਪਣੀ ਮੂਵਿੰਗ ਕੋਇਲ ਜਿਹੜੀ ਆ ਉਹਨੂੰ ਪੁਆਇੰਟ ਕਰਤਾ, ਠੀਕ। ਮੂਵਿੰਗ ਕੋਇਲ ਜਿਹੜੀ ਆ ਉਹਨੂੰ ਮੈਂ ਪਿਵਟ ਕਰਤਾ। ਸੋ ਇਹ ਜਿਹੜੀ ਮੂਵਿੰਗ ਕੋਇਲ ਆ, ਇਹ ਹੁਣ ਮੈਗਨੈਟਿਕ ਫੀਲਡ ਦੇ ਵਿੱਚ ਪਈ ਆ, ਅਤੇ ਜਦੋਂ ਇਹ ਮੂਵਿੰਗ ਕੋਇਲ ਵਿੱਚ ਵੀ ਕਰੰਟ ਫਲੋ ਕੀਤਾ ਤਾਂ ਕੀ ਹੋਣਾ, ਦੋਨਾਂ ਜਿਹੜੇ ਇਹਦਾ ਆਪਣਾ ਵੀ ਫਲਕਸ ਬਣਨਾ। ਹੁਣ ਦੇਖੋ ਦੋ ਫਲਕਸ ਆ ਗਏ ਮੇਰੇ ਕੋਲ, ਇੱਕ ਫਲਕਸ ਜਿਹੜਾ ਆ ਉਹ ਆ ਜਿਹੜੇ ਫਿਕਸਡ ਮੇਰੇ ਕੋਲ ਹੈਗੀ ਆ ਕੋਇਲ, ਇਹਦਾ ਬਣ ਜਾਣਾ, ਠੀਕ ਆ। ਦੂਸਰਾ ਫਲਕਸ ਜਿਹੜਾ ਆ, ਇਹ ਜਿਹੜਾ ਕਰੰਟ ਕੈਰਿੰਗ ਮੇਰੇ ਕੋਲ ਮੂਵਿੰਗ ਕੋਇਲ ਆ, ਇਹਦਾ ਬਣ ਜਾਣਾ ਫਲਕਸ, ਠੀਕ ਆ। ਸੋ ਇਹ ਦੋਨੋਂ ਜਿਹੜੇ ਫਲਕਸ ਆ, ਇਹ ਫਲਕਸ ਦੇ ਜਿਹੜੇ ਆ ਡਿਫਰੈਂਸ ਕਰਕੇ ਕੀ ਆ, ਮੇਰੇ ਕੋਲ ਟਾਰਕ ਪ੍ਰੋਡਿਊਸ ਹੋ ਜਾਣਾ, ਠੀਕ ਆ। ਸੋ ਟਾਰਕ ਪ੍ਰੋਡਿਊਸ ਹੋ ਗਿਆ ਤਾਂ ਮੇਰੇ ਕੋਲ ਕੀ ਆ, ਡਿਫਲੈਕਸ਼ਨ ਆ ਜਾਣੀ ਆ ਮੇਰੀ ਸਕੇਲ 'ਤੇ। ਬਹੁਤ ਸਿੰਪਲ ਪ੍ਰਿੰਸੀਪਲ ਆ, ਯਾਦ ਰੱਖਿਓ। ਕੀ ਹੁੰਦਾ, ਮੂਵਿੰਗ ਕੋਇਲ 'ਚ ਕੀ ਪੜ੍ਹਿਆ ਸੀ, ਦੋ ਪਰਮਾਨੈਂਟ ਮੈਗਨੇਟ ਸੀ ਜਿਨ੍ਹਾਂ ਦੇ ਵਿੱਚ ਆਪਾਂ ਕਰੰਟ ਕੈਰਿੰਗ ਕੋਇਲ ਨੂੰ ਰੱਖਿਆ ਸੀ। ਸੋ ਐਜ਼ ਪਰ ਲੈਫਟ ਹੈਂਡ ਰੂਲ ਕੀ ਹੋਇਆ, ਆਪਣੇ ਕੋਲ ਉੱਥੇ ਫੋਰਸ ਲੱਗ ਗਈ ਸੀ ਜਿਹੜਾ ਕਰੰਟ ਕੈਰਿੰਗ ਇੰਡਕਟਰ ਸੀ। ਸੇਮ ਹੀ ਇਹਦੇ ਵਿੱਚ ਜਿਹੜਾ ਆਪਣਾ ਪਰਮਾਨੈਂਟ ਮੈਗਨੇਟ ਸੀ ਉਹਨੂੰ ਆਪਾਂ ਰੀਪਲੇਸ ਕੀਤਾ ਦੋ ਫਿਕਸਡ ਕੋਇਲ ਨਾਲ। ਸੋ ਫਿਕਸਡ ਕੋਇਲ ਨੂੰ ਜਦੋਂ ਆਪਾਂ ਕਰੰਟ ਦਿੱਤਾ ਅਤੇ ਇਹ ਜਿਹੜੀ ਫਿਕਸਡ ਕੋਇਲ ਸੀਗੀ, ਇਹਨਾਂ ਨੇ ਕੀ ਕੀਤਾ, ਆਪਣਾ ਮੈਗਨੈਟਿਕ ਫੀਲਡ ਬਣਾਇਆ। ਉਸ ਮੈਗਨੈਟਿਕ ਫੀਲਡ ਦੇ ਵਿੱਚ ਮੈਂ ਮੂਵਿੰਗ ਕੋਇਲ ਰੱਖੀ ਆ। ਸੋ ਇਹਦਾ ਫਲਕਸ ਜਿਹੜਾ ਸੀ, ਫਿਕਸਡ ਕੋਇਲ ਦਾ ਫਲਕਸ ਮੰਨ ਲਓ ਆਪਣੇ ਕੋਲ φF ਸੀਗਾ, ਅਤੇ ਮੂਵਿੰਗ ਕੋਇਲ ਦਾ ਮੇਰੇ ਕੋਲ ਕੀ ਆ ਨਾ, ਇਹਦੇ ਵਿੱਚ ਵੀ ਕਰੰਟ ਹੁਣ ਫਲੋ ਕਰ ਰਿਹਾ ਆ, ਮੂਵਿੰਗ ਕੋਇਲ ਦੇ ਵਿੱਚ ਵੀ ਜਿਹੜੀ ਕੋਇਲ ਮੂਵ ਕਰ ਰਹੀ ਹੈ, ਠੀਕ ਆ। ਸੋ ਇਹਦੇ ਵਿੱਚ ਵੀ ਕੀ ਹੈ, ਇਹਦਾ ਫਲਕਸ ਬਣ ਜਾਣਾ FM। ਸੋ FR ਅਤੇ FM ਜਿਹੜੇ ਆ, ਇਹ ਦੋਨਾਂ ਦੇ ਡਿਫਰੈਂਸ ਆ ਗਿਆ ਫਲਕਸ ਦਾ। ਜਿੱਥੇ ਫਲਕਸ ਦਾ ਡਿਫਰੈਂਸ ਆ ਗਿਆ ਉੱਥੇ ਕੀ ਆ, ਮੇਰੇ ਕੋਲ ਟਾਰਕ ਪ੍ਰੋਡਿਊਸ ਹੋ ਜਾਣਾ, ਠੀਕ ਆ। ਸੋ ਜਿਹੜਾ ਆਪਣਾ ਫੀਲਡ ਆ ਫਿਕਸਡ ਕੋਇਲ FR ਫੀਲਡ ਆ, ਅਤੇ ਜਿਹੜਾ ਮੂਵਿੰਗ ਕੋਇਲ ਦਾ FM ਫੀਲਡ ਆ, ਇਹ ਕੀ ਹੈ, ਇਨ ਲਾਈਨ ਆਉਣ ਦੀ ਕੋਸ਼ਿਸ਼ ਕਰਦੇ ਆ, ਜਿਹਦੇ ਕਰਕੇ ਮੇਰੇ ਕੋਲ ਕੀ ਆ,
ਟਾਰਕ ਜਿਹੜਾ ਪ੍ਰੋਡਿਊਸ ਹੋ ਜਾਂਦਾ ਤੇ ਮੂਵਿੰਗ ਕੋਇਲ ਜਿਹੜੀ ਹੈ ਮੇਰੀ ਉਹ ਮੂਵ ਕਰ ਜਾਂਦੀ, ਯਾਨੀ ਕਿ ਡਿਫਲੈਕਸ਼ਨ ਆ ਜਾਂਦੀ ਹੈ ਮੇਰੇ ਕੋਲ। ਹੁਣ ਨੈਕਸਟ ਮੇਰੇ ਕੋਲ ਆ ਜਾਂਦੀ ਹੈ ਕੰਸਟਰਕਸ਼ਨ, ਕਿ ਕੰਸਟਰਕਸ਼ਨ ਜਿਹੜੀ ਹੈ ਕਿੱਦਾਂ ਦੀ ਹੁੰਦੀ ਹੈ ਡਾਇਨਮੋਮੀਟਰ ਟਾਈਪ ਇੰਸਟਰੂਮੈਂਟਸ ਦੀ। ਸੋ ਡਾਇਨਮੋਮੀਟਰ ਟਾਈਪ ਵਾਟਮੀਟਰ ਜਿਹੜੇ ਹੁੰਦੇ ਨਾ, ਇਹਦੇ ਵਿੱਚ ਇੱਕ ਤਾਂ ਚੀਜ਼ ਹੁੰਦੀ ਹੈ ਆਪਾਂ ਨੂੰ ਦੇਖ ਕੇ ਪਤਾ ਲੱਗਦਾ ਤੇ ਯਾਦ ਵੀ ਰੱਖਣੀਆਂ ਤੁਸੀਂ ਕਿ ਇਹਦੇ ਵਿੱਚ ਦੋ ਚੀਜ਼ਾਂ ਤਾਂ ਪੱਕੀਆਂ ਹੁੰਦੀਆਂ ਹੀ ਆ। ਇਹਦੇ ਵਿੱਚ ਦੋ ਜਿਹੜੀਆਂ ਕੋਇਲ ਹੁੰਦੀਆਂ ਫਿਕਸਡ ਹੁੰਦੀਆਂ, ਠੀਕ ਆ, ਤੇ ਇੱਕ ਜਿਹੜੀ ਹੁੰਦੀ ਮੇਰੇ ਕੋਲ ਮੂਵਿੰਗ ਕੋਇਲ ਹੁੰਦੀ ਆ। ਜਿਹੜੀਆਂ ਫਿਕਸਡ ਕੋਇਲ ਹੁੰਦੀਆਂ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ, ਕਰੰਟ ਕੋਇਲ ਵੀ ਕਹਿ ਦਿੰਦੇ ਆ, ਤੇ ਮੂਵਿੰਗ ਨੂੰ ਪੋਟੈਂਸ਼ੀਅਲ ਵੀ ਕਹਿੰਦੇ। ਕਿਉਂ ਕਹਿੰਦੇ ਇਹ ਵੀ ਤੁਹਾਨੂੰ ਅੱਗੇ ਦੱਸਦਾ ਮੈਂ। ਸੋ ਸਭ ਤੋਂ ਪਹਿਲਾਂ ਆਪਾਂ ਪੜ੍ਹਨਾ ਫਿਕਸਡ ਕੋਇਲ ਦੇ ਬਾਰੇ। ਸੋ ਜਿਹੜੀ ਫਿਕਸਡ ਕੋਇਲ ਹੁੰਦੀ ਆ ਇਹਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਹੁੰਦਾ। ਦੇਖੋ ਫਿਕਸਡ ਕੋਇਲ ਆ ਵੀ ਫਿਕਸਡ ਕੋਇਲ ਆ ਮੇਰੇ ਕੋਲ, ਇੱਧਰ ਆ ਵੀ ਫਿਕਸਡ ਕੋਇਲ, ਉੱਪਰ ਡਾਇਗਰਾਮ 'ਚ ਆ ਦੇਖੋ ਆ ਦੋਨੋਂ ਫਿਕਸਡ ਕੋਇਲ ਆ। ਸੋ ਜਿਹੜੀ ਫਿਕਸਡ ਕੋਇਲ ਹੁੰਦੀ ਆ ਇਹਨੂੰ ਆਪਾਂ ਕੀ ਕੀਤਾ ਹੁੰਦਾ, ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਹੁੰਦਾ ਤੇ ਦੋਨਾਂ ਦੇ ਉੱਪਰ ਜਿਹੜਾ ਆ ਸੇਮ ਹੀ ਨੰਬਰ ਆਫ ਟਰਨਸ ਰੱਖਣੀਆਂ ਹੁੰਦੀਆਂ। ਆਪਾਂ ਇਹ ਨਹੀਂ ਕਿ ਜਿਹੜੀ ਫਸਟ ਕੋਇਲ ਆ ਉਹਦੇ ਉੱਪਰ ਆਪਾਂ ਕੀ ਕੀਤਾ 5 ਨੰਬਰ ਆਫ ਟਰਨਸ ਦੇਤੀਆਂ ਤੇ ਅਗਲੇ ਦੇ ਉੱਪਰ ਆਪਾਂ 10 ਨੰਬਰ ਆਫ ਟਰਨਸ ਦੇਤੀਆਂ, ਨਹੀਂ ਇੱਦਾਂ ਨਹੀਂ ਕਰਨਾ। ਦੋਨੋਂ ਜਿਹੜੀਆਂ ਮੇਰੀਆਂ ਕੋਇਲਸ ਆ ਫਿਕਸਡ ਕੋਇਲਸ ਆ ਉਹਨਾਂ ਦੇ ਉੱਪਰ ਆਪਾਂ ਸੇਮ ਨੰਬਰ ਆਫ ਟਰਨਸ ਦੇਣੀਆਂ ਥਿਕ ਵਾਇਰ ਦੀਆਂ। ਥਿਕ ਵਾਇਰ ਇਸ ਕਰਕੇ ਯੂਜ਼ ਕਰਨੀ ਹੈ ਕਿਉਂਕਿ ਦੇਖੋ ਇਹ ਜਿਹੜੀ ਕੋਇਲ ਆ ਇਹਨੂੰ ਆਪਾਂ ਸੀਰੀਜ਼ ਦੇ ਵਿੱਚ ਲਗਾਇਆ ਹੋਇਆ ਆ। ਦੇਖੋ ਆ ਸੀਰੀਜ਼ ਦੇ ਵਿੱਚ ਲੱਗੀ ਆ ਕੋਇਲ ਆਈ ਮੇਰੇ ਕੋਲ, ਠੀਕ ਹੈ। ਇੱਥੇ ਵਾਈਂਡਿੰਗ ਆਈ ਇਹਦੀ ਕੋਇਲ ਦੀ, ਉਸ ਤੋਂ ਬਾਅਦ 'ਚ ਅੱਗੇ ਚੱਲ ਗਿਆ, ਫਿਰ ਇੱਥੇ ਵਾਈਂਡਿੰਗ ਆਈ, ਦੈਨ ਅੱਗੇ ਲੋਡ ਕਨੈਕਟ ਹੋ ਗਿਆ, ਠੀਕ ਆ। ਸੋ ਇਹ ਕੀ ਆ, ਜਿਹੜੀ ਕੋਇਲ ਆ ਇਹ ਸੀਰੀਜ਼ ਦੇ ਵਿੱਚ ਕਨੈਕਟਡ ਆ, ਠੀਕ ਹੈ। ਇਸ ਕਰਕੇ ਇਹਨੂੰ ਆਪਾਂ ਕਰੰਟ ਕੋਇਲ ਵੀ ਕਹਿ ਦਿੰਦੇ ਆ। ਯਾਦ ਰੱਖਿਓ ਸੀਰੀਜ਼ 'ਚ ਕਨੈਕਟ ਆ, ਇਸ ਕਰਕੇ ਸੀਰੀਜ਼ 'ਚ ਕਰੰਟ ਫਲੋ ਕਰਦਾ ਹੁੰਦਾ, ਇਸ ਕਰਕੇ ਇਹ ਕੋਇਲ ਨੂੰ ਆਪਾਂ ਕੀ ਆ ਕਰੰਟ ਕੋਇਲ ਵੀ ਕਹਿ ਦਿੰਦੇ ਆ। ਤੇ ਇਹਦੇ ਵਿੱਚ ਜਿਹੜੀਆਂ ਨੰਬਰ ਆਫ ਟਰਨਸ ਹੁੰਦੀਆਂ ਦੋਨੋਂ ਕੋਇਲਸ ਦੇ ਉੱਪਰ ਹਮੇਸ਼ਾ, ਦੋਨੋਂ ਜਿਹੜੇ ਆਪਣੇ ਕੋਇਲਸ ਹੁੰਦੀਆਂ ਫਿਕਸਡ ਕੋਇਲ ਉਹਨਾਂ 'ਤੇ ਸੇਮ ਨੰਬਰ ਆਫ ਟਰਨਸ ਹੁੰਦੀਆਂ, ਠੀਕ ਆ। ਉਹਦੀ ਵਜ੍ਹਾ ਇਹ ਆ ਤਾਂ ਕਿ ਜਿਹੜਾ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਵੇ ਨਾ, ਯੂਨੀਫਾਰਮ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਵੇ, ਅਲੱਗ-ਅਲੱਗ ਮੈਗਨੈਟਿਕ ਫੀਲਡਾਂ ਪ੍ਰੋਡਿਊਸ ਹੋਵੇ, ਠੀਕ ਆ। ਕਿਉਂਕਿ ਜਿਹੜਾ ਮੈਗਨੈਟਿਕ ਫੀਲਡ ਹੁੰਦਾ ਡਿਪੈਂਡ ਕਰਦਾ ਵੀ ਕਿੰਨੀਆਂ ਨੰਬਰ ਆਫ ਟਰਨਸ ਆ ਤੇ ਕਿੰਨਾ ਕਰੰਟ ਆ। ਹੁਣ ਕਰੰਟ ਤਾਂ ਦੇਖੋ ਦੋਨਾਂ ਕੋਇਲ ਦੇ ਵਿੱਚ ਕੌਨਸਟੈਂਟ ਹੀ ਫਲੋ ਕਰਨਾ ਕਿਉਂਕਿ ਸੀਰੀਜ਼ 'ਚ ਕਰੰਟ ਸੇਮ ਹੁੰਦਾ ਤੇ ਜਿਹੜੀ ਕੋਇਲ ਮੇਰੀ ਲੱਗੀ ਹੋਈ ਆ ਇਹ ਵੀ ਆ ਦੇਖੋ ਸੀਰੀਜ਼ ਦੇ ਵਿੱਚ ਹੀ ਲੱਗੀ ਹੋਈ ਆ। ਸੋ ਇਸ ਕਰਕੇ ਸੀਰੀਜ਼ 'ਚ ਕਰੰਟ ਤਾਂ ਸੇਮ ਹੀ ਰਹਿਣਾ। ਮੈਗਨੈਟਿਕ ਫੀਲਡ 'ਤੇ ਇਫੈਕਟ ਪਾਉਣਾ ਤੁਹਾਡੀਆਂ ਨੰਬਰ ਆਫ ਟਰਨਸ ਨੇ। ਜੇ ਨੰਬਰ ਆਫ ਟਰਨਸ ਜਿਹੜੀਆਂ ਉਹ ਅਲੱਗ-ਅਲੱਗ ਹੋ ਗਈਆਂ ਤਾਂ ਜਿਹੜਾ ਮੇਰਾ ਸੈਂਟਰ ਵਾਲਾ ਪਾਰਟ ਆ ਨਾ ਇੱਥੇ ਯੂਨੀਫਾਰਮ ਮੈਗਨੈਟਿਕ ਫੀਲਡ ਨਹੀਂ ਹੋਣਾ, ਜਿਹਦੇ ਕਰਕੇ ਮੇਰੇ ਜਿਹੜਾ ਇੰਸਟਰੂਮੈਂਟ ਆ ਉਹਦੀ ਵਰਕਿੰਗ ਜਿਹੜੀ ਆ ਉਹ ਇਫੈਕਟ ਹੋਣੀ ਆ। ਇਸ ਕਰਕੇ ਜਿਹੜੀਆਂ ਨੰਬਰ ਆਫ ਟਰਨਸ ਆ ਉਹ ਕੀ ਹੋਣੀਆਂ ਚਾਹੀਦੀਆਂ, ਸੇਮ ਹੋਣੀਆਂ ਚਾਹੀਦੀਆਂ ਦੋਨਾਂ ਪੋਲਸ ਦੇ ਵਿੱਚ, ਨਾ ਕਿ ਅਲੱਗ-ਅਲੱਗ, ਤਾਂ ਕਿ ਯੂਨੀਫਾਰਮ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਵੇ। ਬਾਕੀ ਜਿਹੜਾ ਇਹ ਕੰਡਕਟਰ ਆਪਾਂ ਇੱਥੇ ਯੂਜ਼ ਕਰਦੇ ਹਾਂ ਉਹ ਕੰਡਕਟਰ ਜਿਹੜਾ ਉਹ ਸਟੈਂਡਰਡ ਕੰਡਕਟਰ ਹੁੰਦਾ, ਯਾਨੀ ਕਿ ਇੱਕ ਸੋਲਿਡ ਕੰਡਕਟਰ ਨੇ ਆਪਾਂ ਯੂਜ਼ ਕੀਤਾ ਹੁੰਦਾ, ਠੀਕ ਹੈ। ਸਟੈਂਡਰਡ ਕੰਡਕਟਰ ਹੁੰਦਾ, ਜਿੱਦਾਂ ਆ ਦੇਖੋ ਇੱਥੇ ਸੋਲਿਡ ਕੰਡਕਟਰ ਨੇ ਯੂਜ਼ ਕੀਤਾ, ਸਟੈਂਡ ਕੀਤੇ ਹੋਏ ਆ ਕੰਡਕਟਰ ਦੇ। ਇੱਥੇ ਵੀ ਦੇਖੋ ਨੰਬਰ ਆਫ ਟਰਨਸ ਜਿਹੜੀਆਂ ਨੇ ਉਹ ਸੇਮ ਹੀ ਨੇ, ਠੀਕ ਹੈ। ਨੰਬਰ ਆਫ ਟਰਨਸ ਜਿਹੜੀਆਂ ਨੇ ਉਹ ਸੇਮ ਹੀ ਆ, ਸਟੈਂਡਰਡ ਕੰਡਕਟਰ ਆ ਸੋਲਿਡ ਕੰਡਕਟਰ ਦੀਆਂ। ਉਹ ਇਸ ਕਰਕੇ ਆਪਾਂ ਕਰਦੇ ਹਾਂ ਤਾਂ ਕਿ ਐਡੀ ਕਰੰਟ ਜਿਹੜਾ ਉਹਨੂੰ ਰਿਡਿਊਸ ਕਰ ਸਕੀਏ। ਜਿੱਦਾਂ ਟਰਾਂਸਫਾਰਮਰ ਵਗੈਰਾ ਜਾਂ ਮੋਟਰ ਵਗੈਰਾ ਜਿਹੜੀ ਸਟੈਂਪਿੰਗ ਹੁੰਦੀ ਆ ਨਾ ਉਹਦੀਆਂ ਵੀ ਆਪਾਂ ਲੈਮੀਨੇਸ਼ਨਸ ਬਣਾਉਂਦੇ ਆ। ਉਹ ਲੈਮੀਨੇਸ਼ਨ ਇਸ ਕਰਕੇ ਬਣਾਉਂਦੇ ਤਾਂ ਕਿ ਐਡੀ ਕਰੰਟ ਨੂੰ ਰਿਡਿਊਸ ਕਰ ਸਕੀਏ। ਇਸੇ ਕਰਕੇ ਇੱਥੇ ਵੀ ਕੰਡਕਟਰ ਜਿਹੜਾ ਯੂਜ਼ ਕਰਨਾ ਸਟੈਂਡਰਡ ਕੰਡਕਟਰ ਯੂਜ਼ ਕਰਨਾ ਤਾਂ ਕਿ ਜਿਹੜਾ ਐਡੀ ਕਰੰਟ ਲਾਸ ਆ ਉਹ ਘੱਟ ਤੋਂ ਘੱਟ ਹੋਵੇ। ਨੈਕਸਟ ਮੇਰੇ ਕੋਲ ਆ ਜਾਂਦਾ ਮੂਵਿੰਗ ਕੋਇਲ। ਜਿਹੜਾ ਮੂਵਿੰਗ ਕੋਇਲ ਹੁੰਦਾ ਨਾ ਇਹ ਆਪਾਂ ਇਹਨੂੰ ਆਪਾਂ ਪੈਰਲਲ ਕੋਇਲ ਵੀ ਕਹਿ ਦਿੰਦੇ ਜਾਂ ਪੋਟੈਂਸ਼ੀਅਲ ਕੋਇਲ ਵੀ ਕਹਿ ਦਿੰਦੇ ਆ, ਦੋਨੋਂ ਹੀ ਕਹਿ ਸਕਦੇ ਹਾਂ। ਜਿੱਦਾਂ ਜਿਹੜੀ ਮੇਰੀ ਫਿਕਸਡ ਕੋਇਲ ਸੀਗੀ ਇਹਨੂੰ ਆਪਾਂ ਸੀਰੀਜ਼ ਕੋਇਲ ਜਾਂ ਕਰੰਟ ਕੋਇਲ ਵੀ ਕਹਿ ਦਿੰਦੇ ਆ। ਇੱਦਾਂ ਹੀ ਜਿਹੜਾ ਆਪਣਾ ਮੂਵਿੰਗ ਕੋਇਲ ਹੁੰਦੀ ਆ ਇਹਨੂੰ ਆਪਾਂ ਪੈਰਲਲ ਕੋਇਲ ਜਾਂ ਫਿਰ ਪੋਟੈਂਸ਼ੀਅਲ ਕੋਇਲ ਵੀ ਕਹਿ ਦਿੰਦੇ ਆ, ਠੀਕ ਆ। ਬਾਕੀ ਇਹਦਾ ਨਾਮ ਹੀ ਆ ਦੇਖੋ ਮੂਵਿੰਗ ਕੋਇਲ ਆ। ਇਹ ਜਿਹੜੀ ਕੋਇਲ ਹੋਊਗੀ ਇਹ ਫਰੀਲੀ ਮੂਵ ਕਰ ਸਕੂਗੀ ਕਿਉਂਕਿ ਉਹਨੂੰ ਇੱਕ ਪੁਆਇੰਟ 'ਤੇ ਆਪਾਂ ਪਿਵੋਟਡ ਕੀਤਾ ਹੁੰਦਾ, ਸੈਂਟਰ ਦੇ ਵਿੱਚ ਜੋੜਿਆ ਹੁੰਦਾ ਤੇ ਆ ਦੇਖੋ ਫਰੀਲੀ ਮੂਵ ਕਰ ਸਕਦੀ ਆ ਇਹ, ਠੀਕ ਹੈ। ਸਪਿੰਡਲ ਦੇ ਨਾਲ ਅਟੈਚ ਆ, ਫਰੀਲੀ ਮੂਵ ਕਰ ਸਕਦੀ, ਇਸ ਕਰਕੇ ਇਹਨੂੰ ਮੂਵਿੰਗ ਕੋਇਲ ਕਹਿੰਦੇ ਆ। ਔਨ ਅਦਰ ਹੈਂਡ ਜੇ ਫਿਕਸਡ ਕੋਇਲ ਦੀ ਗੱਲ ਕਰੀਏ ਫਿਕਸ ਹੁੰਦੀਆਂ, ਮੂਵ ਨਹੀਂ ਹੋ ਸਕਦੀਆਂ, ਇਸ ਕਰਕੇ ਇਹਨੂੰ ਫਿਕਸਡ ਕੋਇਲ ਕਹਿੰਦੇ ਆ। ਬਟ ਇਹ ਚੀਜ਼ ਯਾਦ ਰੱਖਿਓ ਫਿਕਸਡ ਕੋਇਲ ਜਿਹੜੀ ਹੁੰਦੀ ਹੈ ਇਹਨੂੰ ਸੀਰੀਜ਼ ਕੋਇਲ ਜਾਂ ਕਰੰਟ ਕੋਇਲ ਕਹਿੰਦੇ ਆ। ਜਿਹੜੀ ਮੂਵਿੰਗ ਕੋਇਲ ਹੁੰਦੀ ਆ ਇਹਨੂੰ ਆਪਾਂ ਕੀ ਕਹਿੰਦੇ ਆ, ਪੋਟੈਂਸ਼ੀਅਲ ਕੋਇਲ ਕਹਿ ਦਿੰਦੇ ਆ, ਠੀਕ ਹੈ। ਸੋ ਜਿਹੜੀ ਮੂਵਿੰਗ ਕੋਇਲ ਹੁੰਦੀ ਹੈ ਇਹਨੂੰ ਆਪਾਂ ਸਪਿੰਡਲ ਦੇ ਉੱਤੇ ਪਿਵਟ ਕੀਤਾ ਹੁੰਦਾ ਤਾਂ ਕਿ ਇਹ ਫਰੀਲੀ ਕੀ ਹੋਵੇ ਮੂਵ ਕਰ ਸਕੇ, ਮੂਵ ਕਰ ਸਕੇ। ਦੈਨ ਜਿਹੜੀ ਇਹ ਕੋਇਲ ਹੁੰਦੀ ਹੈ ਇਹ ਵੀ ਕੰਸਟਰਕਸ਼ਨ ਜਿਹੜੀ ਹੁੰਦੀ ਹੈ ਰਿਜਿਡ ਕੰਸਟਰਕਸ਼ਨ ਹੁੰਦੀ ਆ। ਬਾਕੀ ਇਹਨੂੰ ਨੋਨ ਮੈਟੈਲਿਕ ਫਾਰਮਰ ਦੇ ਉੱਪਰ ਲਾਇਆ ਹੁੰਦਾ ਹਮੇਸ਼ਾ ਹੀ। ਜਿਹੜੀ ਮੂਵਿੰਗ ਕੋਇਲ ਹੁੰਦੀ ਇਹਨੂੰ ਨੋਨ ਮੈਟੈਲਿਕ ਫਾਰਮਰ ਦੇ ਉੱਪਰ ਕੋਇਲ ਬਣਾਈ ਹੁੰਦੀ ਆ, ਯਾਨੀ ਕਿ ਐਲੂਮੀਨੀਅਮ ਜਾਂ ਫਿਰ ਆਪਾਂ ਇਹਨੂੰ ਉਹਦੇ ਉੱਪਰ ਨਹੀਂ ਕਰ ਸਕਦੇ ਕਦੀ ਵੀ, ਕਾਪਰ ਦੇ ਉੱਪਰ ਜਾਂ ਐਲੂਮੀਨੀਅਮ ਦੇ ਉੱਪਰ ਆਪਾਂ ਇਹਨੂੰ ਨਹੀਂ ਬਾਉਂਡ ਕਰਨਾ। ਇਹਨੂੰ ਸਿੰਪਲ ਜਿਹੜਾ ਜਾਂ ਤਾਂ 에ਅਰ ਕੋਰ ਯੂਜ਼ ਕਰਨੀ ਜਾਂ ਫਿਰ ਵੁਡਨ ਦੇ ਉੱਪਰ ਆਪਾਂ ਇਹਨੂੰ ਕੀ ਕਰ ਸਕਦੇ ਹਾਂ ਕੋਇਲ ਨੂੰ ਬਣਾ ਸਕਦੇ। ਬਟ ਮੈਟੈਲਿਕ ਫਾਰਮਰ ਨਹੀਂ ਲੈਣਾ ਕਿਉਂਕਿ ਜੇ ਮੈਟੈਲਿਕ ਫਾਰਮਰ ਆਪਾਂ ਲਵਾਂਗੇ ਤਾਂ ਉਹਦੇ ਵਿੱਚ ਕੀ ਹੋਊਗਾ ਐਡੀ ਕਰੰਟ ਲਾਸ ਜਿਹੜੇ ਆ ਉਹ ਜ਼ਿਆਦਾ ਹੋ ਜਾਣਾ, ਅਤੇ ਐਡੀ ਕਰੰਟ ਲਾਸ ਜੇ ਜ਼ਿਆਦਾ ਹੋ ਗਏ ਤਾਂ ਇੰਸਟਰੂਮੈਂਟ ਜਿਹੜਾ ਮੇਰਾ ਹੀਟ ਜ਼ਿਆਦਾ ਪ੍ਰੋਡਿਊਸ ਕਰੂਗਾ ਤਾਂ ਉਹਦੀ ਜਿਹੜੀ ਵਰਕਿੰਗ ਆ ਉਹ ਅਫੈਕਟ ਹੋਊਗੀ।
ਸੋ ਇਸ ਕਰਕੇ ਜਿਹੜਾ ਆਪਾਂ 에ਅਰ ਕੋਰ ਵੀ ਯੂਜ਼ ਕਰ ਸਕਦੇ, ਜਿੱਦਾਂ ਦੇਖੋ ਡਾਇਗਰਾਮ ਆ ਇੱਥੇ 에ਅਰ ਕੋਰ ਯੂਜ਼ ਕੀਤਾ, ਯਾਨੀ ਕਿ ਕੋਈ ਵੀ ਮਤਲਬ ਕਿ ਫਾਰਮਰ ਵੀ ਨਹੀਂ ਆਪਾਂ ਯੂਜ਼ ਕੀਤਾ ਹੋਇਆ, ਨਾ ਵਿੱਚ ਕੋਈ ਮੈਟੈਲਿਕ ਪਾਰਟ ਯੂਜ਼ ਕੀਤਾ। ਸਿੰਪਲੀ ਆਪਾਂ ਕੀ ਕੀਤਾ, ਜਿਹੜੀ ਆ ਬਾਈਂਡਿੰਗ ਸਿੰਪਲੀ ਉਹਦੀਆਂ ਕੋਇਲ ਬਣਾ ਕੇ ਹਵਾ ਦੇ ਵਿੱਚ ਹੀ ਉਹਦੀਆਂ ਕਰਤੀਆਂ ਆਪਾਂ ਅਟੈਚ ਸਪਿੰਡਲ ਦੇ ਨਾਲ। ਇੱਥੇ ਆਪਾਂ ਵੁਡਨ ਦਾ ਫਾਰਮਰ ਯੂਜ਼ ਕੀਤਾ ਹੋਇਆ ਹੈ, ਅਤੇ ਵੁਡਨ ਦੇ ਫਾਰਮਰ ਦੇ ਉੱਪਰ ਆਪਾਂ ਕੀ ਕੀਤਾ, ਬਾਈਂਡਿੰਗ ਕਰਤੀ। ਸੋ ਇਸੇ ਕਰਕੇ ਨਹੀਂ ਯੂਜ਼ ਕੀਤਾ ਕਿਉਂਕਿ ਐਡੀ ਕਰੰਟ ਲਾਸ ਜੇ ਫਾਰਮਰ ਲਾਵਾਂਗੇ ਤਾਂ ਫਾਰਮਰ 'ਚ ਦੇਖੋ ਐਡੀ ਕਰੰਟ ਲਾਸ ਹੋਊਗਾ, ਐਡੀ ਕਰੰਟ ਲਾਸ ਕਰਕੇ ਹੀਟ ਪ੍ਰੋਡਿਊਸ ਹੋਊਗੀ, ਹਿਸਟੈਰੀਸਿਸ ਲਾਸ ਹੋਊਗਾ, ਉਹਦੇ ਕਰਕੇ ਵੀ ਆਪਣੇ ਕੋਲ ਹੀਟ ਪ੍ਰੋਡਿਊਸ ਹੋਊਗੀ। ਸੋ ਇਹ ਰੀਜ਼ਨ ਹੁੰਦੇ ਆ। ਨੈਕਸਟ ਮੇਰੇ ਕੋਲ ਆ ਜਾਂਦਾ ਕੰਟਰੋਲ। ਸੋ ਕੰਟਰੋਲ ਰੈਫਰ ਟੂ ਕੰਟਰੋਲਿੰਗ ਟਾਰਕ। ਸੋ ਕੰਟਰੋਲਿੰਗ ਟਾਰਕ ਕੀ ਹੁੰਦਾ ਕਿ ਜਿਹੜੀ ਮੇਰੀ ਪੁਆਇੰਟਰ ਆ ਉਹ ਕੀ ਆ, ਇੱਕ ਪਰਟੀਕੂਲਰ ਪੋਜੀਸ਼ਨ 'ਤੇ ਆ ਕੇ ਰੁਕ ਜਾਵੇ। ਜੇ 10 ਆਪਾਂ ਵਾਟ ਮੇਅਰ ਕਰਨੇ ਤਾਂ 10 ਵਾਟ 'ਤੇ ਆ ਕੇ ਰੁਕ ਜਾਵੇ, ਉਸ ਤੋਂ ਅੱਗੇ ਨਾ ਜਾਵੇ। ਸੋ ਉਹਦੇ ਵਾਸਤੇ ਕੀ ਆ, ਮੈਨੂੰ ਕੰਟਰੋਲ ਕਰਨਾ ਪੈਣਾ ਪੁਆਇੰਟਰ ਨੂੰ। ਸੋ ਉਹਦੇ ਵਾਸਤੇ ਕੰਟਰੋਲਿੰਗ ਟਾਰਕ ਦੀ ਲੋੜ ਪੈਂਦੀ। ਕੰਟਰੋਲਿੰਗ ਟਾਰਕ ਆਪਾਂ ਪ੍ਰੋਵਾਈਡ ਕਰਾਂ 2 ਸਪਰਿੰਗ ਲਗਾ ਕੇ, ਆ ਦੇਖੋ ਇੱਕ ਉੱਪਰ ਲੱਗਾ, ਇੱਕ ਥੱਲੇ ਲੱਗਾ ਹੋਇਆ, 2 ਸਪਰਿੰਗ ਲੱਗੇ ਹੋਏ ਜਿਨ੍ਹਾਂ ਨੂੰ ਕੰਟਰੋਲ ਸਪਰਿੰਗ ਕਹਿੰਦੇ। ਬ੍ਰੌਂਜ਼ ਦੇ ਬਣੇ ਹੁੰਦੇ ਆ ਇਹ, ਪਹਿਲਾਂ ਆਪਾਂ ਲੈਕਚਰਸ ਦੇ ਵਿੱਚ ਪੜ੍ਹਿਆ ਹੋਇਆ, ਕੇਸ ਮਟੀਰੀਅਲ ਦੇ ਬਣੇ ਹੁੰਦੇ ਇਹ ਬ੍ਰੌਂਜ਼ ਦੇ ਬਣੇ ਹੁੰਦੇ ਆ ਸਪਰਿੰਗ ਜਿਹੜੇ ਹੁੰਦੇ ਆ। ਸੋ ਇਹਨਾਂ ਨੂੰ ਕੰਟਰੋਲ ਸਪਰਿੰਗ ਵੀ ਕਹਿੰਦੇ ਆ ਕਿਉਂਕਿ ਕੰਟਰੋਲਿੰਗ ਟਾਰਕ ਇਹੀ ਪ੍ਰੋਵਾਈਡ ਕਰਵਾਉਂਦੇ ਆ। ਨੈਕਸਟ ਮੇਰੇ ਕੋਲ ਆ ਜਾਂਦਾ ਡੈਂਪਿੰਗ। ਹੁਣ ਡੈਂਪਿੰਗ ਆਪਾਂ ਇਹਦੇ ਵਿੱਚ ਕਿਹੜੀ ਡੈਂਪਿੰਗ ਹੁੰਦੀ ਕੀ ਹੈ, ਡੈਂਪਿੰਗ ਹੁੰਦੀ ਹੈ ਕਿ ਜਦੋਂ ਅਨਵਾਂਟਡ ਓਸੀਲੇਸ਼ਨਸ ਆ ਜਾਂਦੀਆਂ ਇੱਕ ਪਰਟੀਕੂਲਰ ਪੁਆਇੰਟ 'ਤੇ ਜਾ ਕੇ, ਉਹ ਅਨਵਾਂਟਡ ਓਸੀਲੇਸ਼ਨਸ ਜਿਹੜੀਆਂ ਹੁੰਦੀਆਂ ਉਹਨੂੰ ਦੂਰ ਕਰਨ ਦੀ ਲੋੜ ਹੁੰਦੀ ਹੈ, ਅਦਰਵਾਈਜ਼ ਮੈਂ ਰੀਡਿੰਗ ਨਹੀਂ ਦੇਖ ਪਾਊਂਗਾ। ਜਿਹੜਾ ਮੇਰਾ ਇੰਸਟਰੂਮੈਂਟ ਹੋਊਗਾ ਨਾ, ਉਹਦਾ ਜਿਹੜਾ ਪੁਆਇੰਟਰ ਹੋਊਗਾ ਉਹ ਓਸੀਲੇਟ ਕਰੂਗਾ। ਜਿੱਦਾਂ ਮੰਨ ਲਓ 10 ਵਾਟ ਮੇਅਰ ਕਰ ਰਿਹਾ ਤਾਂ ਓਸੀਲੇਟ ਕਰੂਗਾ 11 ਤੇ 9 ਵਾਟ ਦੇ ਵਿੱਚ, ਠੀਕ ਆ। ਸੋ ਮੈਨੂੰ ਪਤਾ ਨਹੀਂ ਲੱਗ ਸਕੂਗਾ ਐਗਜ਼ੈਕਟ ਰੀਡਿੰਗ ਕੀ ਹੈ। ਐਗਜ਼ੈਕਟ ਰੀਡਿੰਗ ਲੈਣ ਵਾਸਤੇ ਆਪਾਂ ਕੀ ਹੈ, ਡੈਂਪਿੰਗ ਪ੍ਰੋਵਾਈਡ ਕਰਵਾਉਂਦੇ ਹਾਂ। ਸੋ ਇਹਦੇ ਵਿੱਚ ਆਪਾਂ 에ਅਰ ਫ੍ਰਿਕਸ਼ਨ ਡੈਂਪਿੰਗ ਯੂਜ਼ ਕਰਦੇ ਹਾਂ, ਜਿਹਦੇ ਵਿੱਚ ਆਪਾਂ ਪੜ੍ਹੀ ਵੀ ਸੀਗੀ 에ਅਰ ਫ੍ਰਿਕਸ਼ਨ ਡੈਂਪਿੰਗ ਜਿਹੜੀ ਸੀਗੀ, ਉਹਦੇ ਵਿੱਚ ਇੱਕ ਤਾਂ 에ਅਰ ਚੈਂਬਰ ਵਾਲੀ ਸੀਗੀ ਅਤੇ ਇੱਕ ਆਪਾਂ ਵੇਨਸ ਯੂਜ਼ ਕਰਦੇ ਸੀਗੇ। ਸੋ ਇਹਦੇ ਵਿੱਚ ਆਪਾਂ ਐਲੂਮੀਨੀਅਮ ਵੇਨਸ ਯੂਜ਼ ਕਰਕੇ ਅਤੇ ਜਿਹੜੀ ਆ ਡੈਂਪਿੰਗ ਟਾਰਕ ਜਿਹੜਾ ਪ੍ਰੋਵਾਈਡ ਕਰਵਾਉਂਦੇ ਜਾਂ ਡੈਂਪਿੰਗ ਪ੍ਰੋਵਾਈਡ ਕਰਵਾਉਂਦੇ ਆ। ਨੈਕਸਟ ਆ ਜਾਂਦਾ ਮੇਰੇ ਕੋਲ ਸਕੇਲ। ਸੋ ਸਕੇਲ ਦੇ ਬਾਰੇ ਆਪਾਂ ਨੂੰ ਪਤਾ ਹੀ ਆ, ਪੁਆਇੰਟਰ ਆ, ਪੁਆਇੰਟਰ ਦੇ ਅੱਗੇ ਸਕੇਲ ਹੁੰਦਾ ਜਿਹਦੇ ਉੱਪਰ ਮੇਨ ਮਾਰਕਿੰਗ ਕੀਤੀ ਹੁੰਦੀ ਹੈ, ਸਬ ਡਿਵੀਜ਼ਨਸ ਕੀਤੀਆਂ ਹੁੰਦੀਆਂ, ਜਿੱਥੋਂ ਆਪਾਂ ਦੇਖਦੇ ਹਾਂ ਕਿ ਰੀਡਿੰਗ ਜਿਹੜੀ ਹੈ ਕਿੰਨੀ ਆ ਔਨ ਦਾ ਸਕੇਲ। ਸੋ ਇਹਦਾ ਸਾਰੀ ਕੰਸਟਰਕਸ਼ਨ ਸੀਗੀ। ਇਹਦੇ ਵਿੱਚ ਮੇਨ ਜਿਹੜੀਆਂ ਯਾਦ ਰੱਖਣ ਵਾਲੀਆਂ ਚੀਜ਼ਾਂ ਇਹੀ ਹੈ ਕਿ 2 ਫਿਕਸਡ ਕੋਇਲ ਨੇ, ਠੀਕ ਆ, ਜਿਨ੍ਹਾਂ ਨੂੰ ਸੀਰੀਜ਼ ਜਾਂ ਕਰੰਟ ਕੋਇਲ ਕਹਿੰਦੇ ਆ, ਅਤੇ ਇੱਕ ਪੋਟੈਂਸ਼ੀਅਲ ਕੋਇਲ ਆ ਜਿਹਨੂੰ ਆਪਾਂ ਪੈਰਲਲ ਜਾਂ ਮੂਵਿੰਗ ਕੋਇਲ ਆ ਜਿਹਨੂੰ ਆਪਾਂ ਪੈਰਲਲ ਜਾਂ ਪੋਟੈਂਸ਼ੀਅਲ ਕੋਇਲ ਵੀ ਕਹਿ ਦਿੰਦੇ ਆ, ਠੀਕ ਹੈ। ਸੋ ਇਹਨੂੰ ਪੋਟੈਂਸ਼ੀਅਲ ਕੋਇਲ ਇਸੇ ਕਰਕੇ ਕਹਿੰਦੇ ਕਿਉਂਕਿ ਪੈਰਲਲ 'ਚ ਕਨੈਕਟ ਆ, ਦੇਖੋ ਇੱਕ ਪੁਆਇੰਟ ਇਹਦਾ ਕੀ ਆ ਇੱਥੇ ਕਨੈਕਟਡ ਆ, ਅਤੇ ਦੂਸਰਾ ਪੁਆਇੰਟ ਕੀ ਆ ਦੂਸਰੇ ਪਾਸੇ ਕਨੈਕਟਡ ਆ ਸਪਲਾਈ ਦੇ ਪੁਆਇੰਟ। ਮੰਨ ਲਓ ਆ ਫੇਸ ਆ ਨਿਊਟਰਲ, ਅਤੇ ਇੱਕ ਜਿਹੜਾ ਫੇਸ ਨਾਲ ਕਨੈਕਟਡ ਆ, ਦੂਸਰਾ ਕਿੱਥੇ ਆ ਨਿਊਟਰਲ ਨਾਲ ਕਨੈਕਟਡ ਆ। ਸੋ ਇਹ ਪੈਰਲਲ 'ਚ ਲੱਗੀ ਆ, ਇਸ ਕਰਕੇ ਇਹਨੂੰ ਪੈਰਲਲ ਜਾਂ ਪੋਟੈਂਸ਼ੀਅਲ ਕੋਇਲ ਕਹਿੰਦੇ ਆ। ਕਰੰਟ ਕੋਇਲ ਇਹਨੂੰ ਇਸ ਕਰਕੇ ਕਹਿੰਦੇ ਕਿਉਂਕਿ ਸੀਰੀਜ਼ 'ਚ ਲੱਗੀ, ਸੀਰੀਜ਼ ਕੋਇਲ ਜਾਂ ਕਰੰਟ ਕੋਇਲ ਹੋ ਗਈ ਫਿਕਸਡ ਕੋਇਲ। ਹੁਣ ਮੇਰੇ ਕੋਲ ਆ ਜਾਂਦੀ ਆ ਵਰਕਿੰਗ, ਵੀ ਇਹ ਜਿਹੜਾ ਇੰਸਟਰੂਮੈਂਟ ਆ ਇਹ ਕਿੱਦਾਂ ਵਰਕ ਕਰਦਾ। ਬਹੁਤ ਸਿੰਪਲ ਵਰਕਿੰਗ ਆ ਇਹਦੀ। ਇਹਦੇ ਵਿੱਚ ਕੀ ਹੁੰਦਾ, ਜਦੋਂ ਵੀ ਆਪਾਂ ਮੰਨ ਲਓ ਇੰਸਟਰੂਮੈਂਟ ਆਪਾਂ ਇਹ ਤੋਂ ਪਾਵਰ ਮੇਅਰ ਕਰਨੀ, ਯਾਨੀ ਕਿ ਆਪਾਂ ਮੇਅਰ ਕਰਨਾ ਵੀ ਮੇਰੇ ਘਰ ਦੇ ਵਿੱਚ ਕਿੰਨੇ ਵਾਟ ਜਿਹੜੇ ਆ ਕੰਜ਼ਿਊਮ ਹੋ ਰਹੇ ਆ। ਵਾਟ ਮੀਨਸ ਕਿ ਮੰਨ ਲਓ ਤੁਸੀਂ ਘਰ ਦੇ ਵਿੱਚ 4 ਪੱਖੇ ਚਲਾਏ ਆ, ਆਪਾਂ ਦੇਖਣਾ ਵੀ ਇਹ ਕਿੰਨੀ ਵਾਟ એનર્ਜੀ ਜਿਹੜੀ ਆ ਇਹ ਕੰਜ਼ਿਊਮ ਕਰ ਰਹੇ ਆ ਫੈਨ ਜਿਹੜੇ ਮੈਂ 4 ਚਲਾਏ ਆ। ਸੋ ਉੱਥੇ ਮੈਂ ਕੀ ਆ ਸਰਕਿਟ ਦੇ ਵਿੱਚ ਵਾਟਮੀਟਰ ਨੂੰ ਕਨੈਕਟ ਕਰੂੰਗਾ, ਠੀਕ ਆ। ਸੋ ਜਦੋਂ ਵੀ ਆਪਾਂ ਵਾਟਮੀਟਰ ਨੂੰ ਸਰਕਿਟ ਦੇ ਵਿੱਚ ਕਨੈਕਟ ਕਰਦੇ ਹਾਂ ਤਾਂ ਕੀ ਹੁੰਦਾ, ਜਿਹੜੀ ਕਰੰਟ ਕੋਇਲ ਹੁੰਦੀ ਆ ਉਹ ਕੀ ਹੁੰਦੀ ਹੈ, ਸੀਰੀਜ਼ 'ਚ ਕਨੈਕਟਡ ਹੋ ਜਾਂਦੀ ਹੈ ਅਤੇ ਲੋਡ ਕਰੰਟ ਨੂੰ ਕੈਰੀ ਕਰਦੀ ਹੈ। ਦੇਖੋ ਅੱਜ ਮੇਰੇ ਕੋਲ ਆਹ ਆਪਣੇ ਕੋਲ ਇੱਕ ਡਾਇਗਰਾਮ ਬਣਿਆ ਹੋਇਆ, ਲਾਸਟ ਟਾਈਮ ਵੀ ਦੇਖਿਆ ਤੁਸੀਂ, ਆ ਵੀ ਦੇਖੋ। ਇਹਦੇ ਵਿੱਚ ਕੀ ਆ, ਜਿਹੜੀ ਫਿਕਸਡ ਕੋਇਲ ਆ ਜਾਂ ਕਰੰਟ ਕੋਇਲ ਆ ਇਹ ਕੀ ਆ ਸੀਰੀਜ਼ 'ਚ ਆ ਦੇਖੋ ਕਨੈਕਟ ਹੋ ਗਈ ਹੈ, ਅਤੇ ਇਹਨੇ ਕੀ ਕਰਨਾ ਆ, ਇਹਨੇ ਲੋਡ ਕਰੰਟ ਕੈਰੀ ਕਰਨਾ, ਯਾਨੀ ਕਿ ਜਿੰਨਾ ਜ਼ਿਆਦਾ ਮੈਂ ਲੋਡ ਪਾਊਗਾ ਉਨਾ ਹੀ ਜ਼ਿਆਦਾ ਕਰੰਟ ਜਿਹੜਾ ਆ ਮੇਰੀ ਕਰੰਟ ਕੋਇਲ ਜਾਂ ਫਿਕਸਡ ਕੋਇਲ ਦੇ ਵਿੱਚੋਂ ਫਲੋ ਕਰੂਗਾ। and the potential coil is connected in parallel with the load and carries the current in proportional to voltage across the load। ਤੇ ਜਿਹੜੀ ਮੂਵਿੰਗ ਕੋਇਲ ਆ, ਮੂਵਿੰਗ ਕੋਇਲ ਕਿੱਦਾਂ ਕਨੈਕਟਡ ਆ, ਪੈਰਲਲ ਦੇ ਵਿੱਚ ਕਨੈਕਟਡ ਆ। ਦੇਖੋ ਇੱਕ ਪੁਆਇੰਟ ਇੱਥੇ ਕਨੈਕਟ ਹੋ ਗਿਆ ਮੂਵਿੰਗ ਕੋਇਲ ਦਾ, ਸੈਕੰਡ ਪੁਆਇੰਟ ਜਿਹੜਾ ਆ ਥੱਲੇ ਆ ਕੇ ਹਾਈ ਰੈਜ਼ਿਸਟੈਂਸ ਲਗਾ ਕੇ ਇੱਥੇ ਕਨੈਕਟ ਕਰਤਾ, ਠੀਕ। ਹਾਈ ਰੈਜ਼ਿਸਟੈਂਸ ਇਸ ਕਰਕੇ ਲਗਾਈ ਆ ਤਾਂ ਕਿ ਜੇ ਲੋ ਰੈਜ਼ਿਸਟੈਂਸ ਹੋ ਜਾਵੇ ਨਾ ਕੋਇਲ ਦੀ ਤਾਂ ਸਾਰਾ ਕਰੰਟ ਜਿਹੜਾ ਕਰੰਟ ਆਲਵੇਜ਼ ਟੂ ਲੋ ਰੈਜ਼ਿਸਟੈਂਸ ਪਾਥ। ਸੋ ਇਹ ਲੋ ਰੈਜ਼ਿਸਟੈਂਸ ਪਾਥ ਉਹਨੂੰ ਇੱਧਰੋਂ ਮਿਲ ਜਾਣਾ ਅਤੇ ਕੋਇਲ ਜਿਹੜੀ ਆ ਸੜ ਜਾਣੀ ਆ। ਇਸ ਕਰਕੇ ਆਪਾਂ ਨਾਲ ਹਾਈ ਰੈਜ਼ਿਸਟੈਂਸ ਲਗਾਈ ਹੁੰਦੀ ਆ ਤਾਂ ਕਿ ਕਰੰਟ ਜਿਹੜਾ ਨਾ ਜਿੰਨੀ ਕੁ ਲੋਡ ਆ ਉਨਾ ਕੁ ਕਰੰਟ ਇੱਥੋਂ ਫਲੋ ਕਰੇ। ਸੋ ਇਹ ਜਿਹੜੀ ਹੁੰਦੀ ਹੈ ਪੋਟੈਂਸ਼ੀਅਲ ਕੋਇਲ ਹੁੰਦੀ ਆ। ਸੋ ਇਹਦੇ ਵਿੱਚ ਜਿਹੜਾ ਕਰੰਟ ਹੁੰਦਾ ਉਹ ਪ੍ਰਪੋਰਸ਼ਨਲ ਤੋਂ ਹੁੰਦਾ ਕਿ ਕਿੰਨੀ ਵੋਲਟੇਜ ਆ ਲੋਡ ਦੇ ਵਿੱਚ। ਸੋ ਉਹ ਆਲਮੋਸਟ ਜਿਹੜਾ ਮੂਵਿੰਗ ਕੋਇਲ ਹੁੰਦੀ ਨਾ ਆਪਣੀ, ਮੂਵਿੰਗ ਕੋਇਲ ਦੇ ਵਿੱਚ ਜਿਹੜਾ ਕਰੰਟ ਹੁੰਦਾ ਇਹਦੀ ਵੈਲਿਊ ਸੇਮ ਰਹਿੰਦੀ ਆ, ਠੀਕ ਆ, ਕਿਉਂਕਿ ਕਰੰਟ ਕੀ ਹੁੰਦਾ ਇਨ ਪ੍ਰਪੋਰਸ਼ਨ ਟੂ ਵੋਲਟੇਜ ਹੁੰਦਾ ਅਕਰੋਸ ਲੋਡ, ਯਾਨੀ ਕਿ ਲੋਡ ਦੇ ਅਕਰੋਸ ਜਿਹੜੀ ਵੋਲਟੇਜ ਆ ਉਹਦੇ ਪ੍ਰਪੋਰਸ਼ਨ 'ਚ ਹੀ ਕਰੰਟ ਰਹਿੰਦਾ। ਯਾਨੀ ਕਿ ਜਿੰਨੀ ਵੋਲਟੇਜ ਜ਼ਿਆਦਾ ਹੋਊਗੀ ਉਨਾ ਕਰੰਟ ਜ਼ਿਆਦਾ ਹੋਊਗਾ, ਜਾਂ ਜਿੰਨੀ ਵੋਲਟੇਜ ਘੱਟ ਹੋਊਗੀ ਉਨਾ ਕਰੰਟ ਜਿਹੜਾ ਹੋਊਗਾ ਘੱਟ ਹੋਊਗਾ। ਬਟ ਨਾਰਮਲੀ ਜਿਹੜੀ ਵੋਲਟੇਜ ਹੁੰਦੀ ਆ ਉਹ ਹਮੇਸ਼ਾ ਸੇਮ ਹੀ ਰਹਿੰਦੀ ਆ, ਬਹੁਤ ਜ਼ਿਆਦਾ ਵੇਰੀ ਨਹੀਂ ਕਰਦੀ। ਜੇ ਮੰਨ ਲਓ ਆਪਣੇ ਸਿੰਗਲ ਫੇਸ ਦੀ 230 ਵੋਲਟ ਆ ਤਾਂ 232 ਹੋ ਜੂਗੀ, 235 ਹੋ ਜੂਗੀ ਨਾਰਮਲ ਕੰਡੀਸ਼ਨ ਦੇ ਵਿੱਚ। ਬਟ ਇਸ ਤੋਂ ਜ਼ਿਆਦਾ ਵੋਲਟੇਜ ਜਿਹੜੀ ਹੁੰਦੀ ਵੇਰੀ ਨਹੀਂ ਕਰਦੀ। ਇਸ ਕਰਕੇ
ਮੂਵਿੰਗ ਕੋਇਲ ਜਿਹੜੀ ਹੈ ਜਾਂ ਪੋਟੈਂਸ਼ੀਅਲ ਕੋਇਲ ਹੈ, ਇਹਦੇ ਵਿੱਚ ਜਿਹੜੀ ਕਰੰਟ ਦੀ ਵੈਲਿਊ ਹੋਊਗੀ ਉਹ ਆਲਮੋਸਟ ਜਿਹੜੀ ਆ ਸੇਮ ਹੀ ਰਹਿੰਦੀ ਹੁੰਦੀ ਆ, ਬਹੁਤੀ ਵੇਰੀ ਨਹੀਂ ਕਰਦੀ। ਬਟ ਜਿਹੜੀ ਮੇਰੀ ਕਰੰਟ ਕੋਇਲ ਹੁੰਦੀ ਆ ਜਾਂ ਫਿਕਸਡ ਕੋਇਲ ਹੁੰਦੀ ਆ, ਇਹਦੇ ਵਿੱਚ ਜਿਹੜੀ ਕਰੰਟ ਦੀ ਵੈਲਿਊ ਹੁੰਦੀ ਆ ਉਹ ਚੇਂਜ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਜਿਹੜੀ ਕਰੰਟ ਦੀ ਵੈਲਿਊ ਹੋਊਗੀ ਉਹ ਡਿਪੈਂਡ ਕਰੂਗੀ ਕਿ ਮੇਰਾ ਲੋਡ ਕਿੱਦਾਂ ਦਾ ਕਨੈਕਟਡ ਆ। ਜੇ ਮੈਂ ਜ਼ਿਆਦਾ ਇੰਡਕਟਿਵ ਲੋਡ ਲਾਇਆ ਆ, ਠੀਕ ਹੈ, ਤਾਂ ਕਰੰਟ ਜ਼ਿਆਦਾ ਹੋਊਗਾ। ਜੇ ਮੈਂ ਘੱਟ ਲੋਡ ਲਗਾਇਆ ਤਾਂ ਇੱਥੇ ਲੋਡ ਕਰੰਟ ਕੀ ਹੋਊਗਾ, ਘੱਟ ਹੋਊਗਾ। ਸੋ ਜਿਹੜੀ ਫਿਕਸਡ ਕੋਇਲ ਆ ਉਹਨੇ ਪ੍ਰੋਡਿਊਸ ਕਰਨਾ ਹੈ ਕਿਹੜਾ ਫੀਲਡ, FM, ਯਾਨੀ ਕਿ ਉਹਨੇ ਮੇਨ ਫੀਲਡ ਜਿਹੜਾ ਪ੍ਰੋਡਿਊਸ ਕਰਨਾ ਜਿਹੜੀ ਫਿਕਸਡ ਕੋਇਲ ਉਹਨਾਂ ਨੇ। ਐਂਡ ਮੂਵਿੰਗ ਕੋਇਲ ਪ੍ਰੋਡਿਊਸਸ ਫੀਲਡ FR, ਯਾਨੀ ਕਿ FM ਜਿਹੜਾ ਜਿਹੜੀ ਮੇਰੀ ਫਿਕਸਡ ਕੋਇਲ ਹੈ ਇਹਨਾਂ ਨੇ FM ਫੀਲਡ ਪ੍ਰੋਡਿਊਸ ਕਰਨਾ, ਅਤੇ ਜਿਹੜਾ ਮੇਰਾ ਮੂਵਿੰਗ ਕੋਇਲ ਆ ਉਹਨੇ FR ਜਿਹੜਾ ਫੀਲਡ ਆ ਪ੍ਰੋਡਿਊਸ ਕਰਨਾ। ਸੋ ਜਿਹੜਾ FR ਫੀਲਡ ਆ ਯਾਨੀ ਕਿ ਮੂਵਿੰਗ ਕੋਇਲ ਦਾ ਜਿਹੜਾ ਫੀਲਡ ਆ ਉਹਨੇ ਕੀ ਕਰਨਾ, ਟਰਾਈ ਕਰਨਾ ਵੀ ਉਹ ਲਾਈਨ ਦੇ ਵਿੱਚ ਆ ਜਾਵੇ ਮੇਨ ਫੀਲਡ 'ਤੇ, ਠੀਕ ਹੈ। ਜਿੱਦਾਂ ਪਿੱਛੇ ਆ ਡਾਇਗਰਾਮ ਦੇ ਵਿੱਚ ਵੀ ਆਪਾਂ ਦੇਖਿਆ ਸੀਗਾ ਕਿ FR ਜਿਹੜਾ ਆ ਯਾਨੀ ਕਿ ਜਿਹੜੀ ਮੇਰੀ ਮੂਵਿੰਗ ਕੋਇਲ ਆ ਇਹਦਾ ਜਿਹੜਾ ਫੀਲਡ ਆ ਇਹ ਟਰਾਈ ਕਰਦਾ ਹੈ ਕਿ ਮੈਂ ਜਿਹੜੀ FM ਆ ਯਾਨੀ ਕਿ ਜਿਹੜਾ ਫਿਕਸਡ ਕੋਇਲ ਦਾ ਜਿਹੜਾ ਫੀਲਡ ਆ ਉਹਦੀ ਲਾਈਨ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦਾ। ਸੋ ਲਾਈਨ ਦੇ ਵਿੱਚ ਆਉਣ ਦੀ ਜਦੋਂ ਕੋਸ਼ਿਸ਼ ਕਰਦਾ ਆ, ਉਸੇ ਟਾਈਮ 'ਤੇ ਕੀ ਆ ਮੇਰੇ ਕੋਲ ਡਿਫਲੈਕਟਿੰਗ ਟਾਰਕ ਪ੍ਰੋਡਿਊਸ ਹੋ ਜਾਂਦਾ ਮੂਵਿੰਗ ਕੋਇਲ ਦੇ ਵਿੱਚ, ਜਿਹਦੇ ਕਰਕੇ ਕੀ ਆ ਮੂਵਿੰਗ ਕੋਇਲ ਜਿਹੜੀ ਆ ਉਹ ਆਪਣੀ ਪੋਜੀਸ਼ਨ ਤੋਂ ਮੂਵ ਕਰ ਜਾਂਦੀ ਹੈ, ਠੀਕ ਆ। ਦੁਬਾਰਾ ਦੱਸ ਦਿੰਦਾ, FM ਜਿਹੜਾ ਹੈ ਇਹ ਆਪਣੀ ਫਿਕਸਡ ਕੋਇਲ ਦਾ ਫੀਲਡ ਆ, FR ਜਿਹੜਾ ਹੈ ਮੂਵਿੰਗ ਕੋਇਲ ਦਾ ਫੀਲਡ ਆ। ਸੋ ਜਦੋਂ ਵੀ ਜਿਹੜੀ ਆ ਸਪਲਾਈ ਪ੍ਰੋਡਿਊਸ ਹੁੰਦੀ ਹੈ ਆਪਣੇ ਕੋਲ FM ਪ੍ਰੋਡਿਊਸ ਹੋ ਗਿਆ, ਠੀਕ ਆ, ਅਤੇ ਨਾਲ ਹੀ ਆਪਣੇ ਕੋਲ ਕਿ FR ਵੀ ਪ੍ਰੋਡਿਊਸ ਹੋ ਗਿਆ। ਹੁਣ ਦੋਨਾਂ ਦੇ ਵਿੱਚ ਕੀ ਆ ਡਿਫਰੈਂਸ ਆ, ਠੀਕ ਹੈ, ਮੇਨ ਫੀਲਡ ਦੇ ਵਿੱਚ ਅਤੇ ਜਿਹੜਾ ਮੇਰਾ ਮੂਵਿੰਗ ਕੋਇਲ ਦਾ ਫੀਲਡ ਉਹਦੇ ਵਿੱਚ, ਕਿਉਂਕਿ ਜਿਹੜਾ ਮੇਨ ਫੀਲਡ ਆ ਉਹਦੀ ਜਾਂ ਫਿਰ ਜਿਹੜਾ ਆਪਣਾ ਕਹਿ ਲਈਏ ਫਿਕਸਡ ਕੋਇਲ ਦਾ ਫੀਲਡ ਆ ਉਹਦੇ ਵਿੱਚ ਜਿਹੜਾ ਕਰੰਟ ਹੋਣਾ ਉਹ ਡਿਪੈਂਡ ਕਰਨਾ ਵੀ ਆਪਣਾ ਲੋਡ ਕਿੰਨਾ ਕਨੈਕਟਡ ਆ। ਬਟ ਜਿਹੜਾ ਆਪਣਾ ਮੂਵਿੰਗ ਕੋਇਲ ਉਹਦੇ ਵਿੱਚ ਜਿਹੜਾ ਫੀਲਡ ਬਣਨਾ ਉਹ ਬਣਨਾ ਆ ਕੌਂਸਟੈਂਟ, ਉਹ ਵੋਲਟੇਜ ਦੇ ਅਕੋਰਡਿੰਗ ਬਣ ਜਾਣਾ ਫੀਲਡ ਉਹਦੇ ਵਿੱਚ। ਸੋ ਫੀਲਡ ਜਿਹੜਾ ਹੋਣਾ ਦੋਨਾਂ 'ਚ ਡਿਫਰੈਂਸ ਹੋਣਾ। ਸੋ ਫੀਲਡ ਦੇ ਡਿਫਰੈਂਸ ਕਰਕੇ ਕੀ ਹੋਣਾ, ਜਿਹੜਾ ਮੇਰਾ FR ਆ ਯਾਨੀ ਕਿ ਮੂਵਿੰਗ ਕੋਇਲ ਦਾ ਫੀਲਡ ਆ ਉਹਨੇ ਕੀ ਕਰਨਾ, ਲਾਈਨ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਨੀ ਆ ਮੇਨ ਫੀਲਡ ਦੇ, ਯਾਨੀ ਕਿ ਜਿਹੜਾ ਫਿਕਸਡ ਕੋਇਲ ਦਾ ਫੀਲਡ ਆ ਉਹਦੇ ਕਰਕੇ ਕੀ ਹੋਣਾ, ਆਪਣੇ ਕੋਲ ਡਿਫਲੈਕਟਿੰਗ ਟਾਰਕ ਪ੍ਰੋਡਿਊਸ ਹੋਣਾ, ਅਤੇ ਜਿਹੜੀ ਮੇਰੀ ਮੂਵਿੰਗ ਕੋਇਲ ਆ ਇਹਨੇ ਕੀ ਕਰਨਾ, ਮੂਵ ਕਰ ਜਾਣਾ। ਸੋ ਮੂਵਿੰਗ ਕੋਇਲ ਮੂਵ ਕੀਤੀ ਤਾਂ ਮੂਵਿੰਗ ਕੋਇਲ ਦੇ ਨਾਲ ਹੀ ਹੁਣ ਆਪਾਂ ਪੁਆਇੰਟਰ ਅਟੈਚ ਕੀਤਾ ਆ, ਠੀਕ ਆ, ਅਤੇ ਪੁਆਇੰਟਰ ਜਿਹੜਾ ਹੈ ਇਹਨੇ ਵੀ ਨਾਲ ਹੀ ਮੂਵ ਕਰ ਜਾਣਾ, ਅਤੇ ਮੇਰੇ ਕੋਲ ਕੀ ਹੈ ਡਿਫਲੈਕਸ਼ਨ ਆ ਜਾਣੀ ਹੈ। ਸੋ ਡਿਫਲੈਕਸ਼ਨ ਜਿਹੜਾ ਆ ਉਹਨੂੰ ਕੰਟਰੋਲ ਕਰਨ ਵਾਸਤੇ ਆਪਾਂ ਸਪਰਿੰਗ ਲਗਾਇਆ ਹੁੰਦਾ, ਆ ਦੇਖੋ ਆ ਸਪਰਿੰਗ ਲੱਗਾ ਹੋਇਆ ਉੱਪਰ, ਠੀਕ ਆ। ਇਹ ਕੀ ਕਰਦਾ ਹੈ, ਕੰਟਰੋਲਿੰਗ ਟਾਰਕ ਪ੍ਰੋਵਾਈਡ ਕਰਵਾਉਂਦਾ ਹੈ। ਸੋ AC ਸਿਸਟਮ ਦੇ ਕੇਸ ਦੇ ਵਿੱਚ ਕੀ ਹੁੰਦਾ, ਜੇ ਮੰਨ ਲਓ ਕਰੰਟ ਦੀ ਡਾਇਰੈਕਸ਼ਨ ਜਿਹੜੀ ਆ ਰਿਵਰਸ ਵੀ ਹੋ ਜਾਂਦੀ ਆ ਤਾਂ ਮੇਰੇ ਮੇਨ ਫੀਲਡ ਦੀ ਡਾਇਰੈਕਸ਼ਨ ਵੀ ਰਿਵਰਸ ਹੋ ਜਾਣੀ ਆ। ਮੇਨ ਫੀਲਡ ਦੀ ਡਾਇਰੈਕਸ਼ਨ ਰਿਵਰਸ ਹੋ ਗਈ ਤਾਂ ਆਪਣੇ ਕੋਲ ਜਿਹੜਾ ਆਹ ਮੂਵਿੰਗ ਕੋਇਲ ਆ ਜਿਹੜਾ ਰੋਟੇਟਿੰਗ ਫੀਲਡ ਆ, ਠੀਕ ਆ, ਇਹਦੀ ਜਿਹੜੀ ਡਾਇਰੈਕਸ਼ਨ ਆ ਉਹ ਵੀ ਚੇਂਜ ਹੋ ਜਾਣੀ ਆ, ਠੀਕ ਹੈ। ਮੇਨ ਜਿਹੜਾ ਆਪਣਾ ਮੇਨ ਫੀਲਡ ਆ ਫਿਕਸਡ ਕੋਇਲ ਦਾ ਨਾ, ਜਿਹੜਾ ਮੇਰੇ ਕੋਲ ਮੂਵਿੰਗ ਕੋਇਲ ਦਾ ਜਿਹੜਾ ਪ੍ਰੋਡਿਊਸ ਹੋਇਆ ਫੀਲਡ, ਇਹਦੇ ਵਿੱਚ ਵੀ ਡਾਇਰੈਕਸ਼ਨ ਚੇਂਜ ਹੋਣੀ। ਸੋ ਦੋਨਾਂ ਦੀ ਡਾਇਰੈਕਸ਼ਨ ਚੇਂਜ ਹੋ ਗਈ, ਉਹਦੇ ਕਰਕੇ ਕੀ ਆ ਮੇਰੇ ਕੋਈ ਵਰਕਿੰਗ 'ਤੇ ਫਰਕ ਨਹੀਂ ਪੈਣਾ, ਟਾਰਕ ਤਾਂ ਵੀ ਜਿਹੜਾ ਆ ਉਹ ਪ੍ਰੋਡਿਊਸ ਹੋਣਾ ਹੀ ਆ। ਸੋ ਇਸ ਕਰਕੇ ਜਿਹੜੇ ਇਹ ਆਪਣੇ ਡਾਇਨਾਮੋਮੀਟਰ ਟਾਈਪ ਇੰਸਟਰੂਮੈਂਟਸ ਹੁੰਦੇ ਹਨ, ਇਹਨਾਂ ਨੂੰ ਆਪਾਂ AC ਅਤੇ DC ਦੋਨੋਂ ਸਪਲਾਈ ਦੇ ਉੱਪਰ ਯੂਜ਼ ਕਰ ਲੈਂਦੇ ਹਾਂ, ਚਾਹੇ AC ਸਪਲਾਈ ਹੋਵੇ ਚਾਹੇ DC ਸਪਲਾਈ ਹੋਵੇ, ਦੋਨੋਂ ਸਪਲਾਈ 'ਤੇ ਮੈਂ ਕੀ ਕਰ ਸਕਦਾ, ਜਿਹੜੇ ਇੰਸਟਰੂਮੈਂਟਸ ਹੁੰਦੇ ਆ ਇਹਨਾਂ ਨੂੰ ਯੂਜ਼ ਕਰ ਸਕਦਾ। ਸੋ ਇਹ ਵਰਕਿੰਗ ਸੀ। ਨੈਕਸਟ ਮੇਰੇ ਕੋਲ ਆ ਜਾਂਦੇ ਆ ਐਡਵਾਂਟੇਜਸ। ਸਭ ਤੋਂ ਮੇਨ ਕੀ ਆ, ਸਭ ਤੋਂ ਪਹਿਲਾਂ ਤਾਂ AC DC ਦੋਨਾਂ ਦੇ ਉੱਪਰ ਆਪਾਂ ਸਪਲਾਈ ਨੂੰ ਯੂਜ਼ ਕਰ ਸਕਦੇ ਹਾਂ, ਠੀਕ ਹੈ, ਕਿਉਂਕਿ ਜਦੋਂ ਆਪਾਂ ਡਾਇਰੈਕਸ਼ਨ ਜਿਹੜੀ ਆ ਕਰੰਟ ਦੀ ਰਿਵਰਸ ਹੋਣੀ ਆ ਤਾਂ ਉਸ ਟਾਈਮ 'ਤੇ ਕੀ ਹੋਣਾ, ਫਿਕਸਡ ਕੋਇਲ ਦੇ ਵਿੱਚ ਵੀ ਚੇਂਜ ਹੋਣੀ ਆ, ਮੂਵਿੰਗ ਕੋਇਲ 'ਚ ਵੀ ਚੇਂਜ ਹੋਣੀ, ਜਿਹਦੇ ਕਰਕੇ ਦੋਨਾਂ ਦੇ ਫੀਲਡ ਦੀ ਡਾਇਰੈਕਸ਼ਨ ਚੇਂਜ ਹੋ ਜਾਣੀ ਹੈ, ਅਤੇ ਕੋਈ ਵੀ ਉਹਦੀ ਵਰਕਿੰਗ ਦੇ ਉੱਪਰ ਫਰਕ ਨਹੀਂ ਪੈਣਾ। ਸੈਕਿੰਡ ਐਡਵਾਂਟੇਜ ਆ ਵੀ ਇਹਦਾ ਸਕੇਲ ਯੂਨੀਫਾਰਮ ਆ, ਯਾਨੀ ਕਿ ਕਰੰਟ ਦੇ ਡਾਇਰੈਕਟਿਵ ਪ੍ਰੋਪੋਰਸ਼ਨ ਰੀਡਿੰਗ ਆਊਗੀ, ਆਪਾਂ ਨੂੰ ਕੋਈ ਉਹਦੇ ਵਿੱਚ ਕੰਪਲੀਕੇਸ਼ਨਸ ਨਹੀਂ ਪੈਣੀਆਂ। ਨੈਕਸਟ, ਹਾਈ ਡਿਗਰੀ ਆਫ ਐਕੂਰੇਸੀ ਕੈਨ ਬੀ ਓਬਟੇਨਡ ਬਾਈ ਕੇਅਰਫੁਲੀ ਡਿਜ਼ਾਈਨ, ਯਾਨੀ ਕਿ ਜੇ ਆਪਾਂ ਸਹੀ ਤਰੀਕੇ ਨਾਲ ਡਿਜ਼ਾਈਨ ਕਰੀਏ ਤਾਂ ਰੀਡਿੰਗ ਜਿਹੜੀ ਆ ਪੂਰੀ ਐਕੂਰੇਟ ਆਪਾਂ ਲੈ ਸਕਦੇ ਹਾਂ। ਡਿਸਐਡਵਾਂਟੇਜ ਕੀ ਆ, ਲੋ ਪਾਵਰ ਫੈਕਟਰ 'ਤੇ ਕੀ ਹੁੰਦਾ, ਜਿਹੜੀ ਇੰਡਕਟੈਂਸ ਹੁੰਦੀ ਪੋਟੈਂਸ਼ੀਅਲ ਕੋਇਲ ਦੀ ਉਹ ਸੀਰੀਅਸ ਐਰਰ ਪ੍ਰੋਡਿਊਸ ਕਰਦੀ ਆ, ਠੀਕ ਆ। ਕਿਹੜੀ ਕੋਇਲ ਦੀ, ਪੋਟੈਂਸ਼ੀਅਲ ਕੋਇਲ ਦੀ। ਦੇਖੋ ਪੋਟੈਂਸ਼ੀਅਲ ਕੋਇਲ ਕਿਹੜੀ ਆ, ਪੈਰਲ ਦੇ ਵਿੱਚ ਜਿਹੜੀ ਲੱਗੀ ਆ ਨਾ, ਇਹ ਪੋਟੈਂਸ਼ੀਅਲ ਕੋਇਲ ਆ। ਜੇ ਪਾਵਰ ਫੈਕਟਰ ਆਪਣਾ ਪਹਿਲਾਂ ਹੀ ਲੋ ਹੋਊਗਾ, ਉਹਦੇ ਕਰਕੇ ਕੀ ਆ, ਜਿਹੜੀ ਆਪਣੀ ਪੋਟੈਂਸ਼ੀਅਲ ਕੋਇਲ ਦੇ ਵਿੱਚ ਇੰਡਕਟੈਂਸ ਹੋਊਗੀ ਉਹਦੇ ਨਾਲ ਕੀ ਹੋਣਾ, ਆਪਣੇ ਕੋਲ ਐਰਰ ਜਿਹੜਾ ਆ ਉਹ ਜ਼ਿਆਦਾ ਹੋ ਜਾਣਾ, ਕਿਉਂਕਿ ਜਿਹੜੀ ਪੋਟੈਂਸ਼ੀਅਲ ਕੋਇਲ ਹੁੰਦੀ ਨਾ ਐਕਚੁਅਲ ਦੇ ਵਿੱਚ ਇਹ ਪੁਆਇੰਟ ਦੇ ਵਿੱਚ ਕੀ ਹੈ, ਇੰਡਕਟੈਂਸ ਕਿਉਂ ਜ਼ਿਆਦਾ ਹੋ ਜਾਣੀ ਹੈ, ਕਿਉਂਕਿ ਦੇਖੋ ਪਾਵਰ ਫੈਕਟਰ ਤਾਂ ਪਹਿਲਾਂ ਹੀ ਘੱਟ ਆ। ਪਾਵਰ ਫੈਕਟਰ ਘੱਟ ਹੋਣ ਦਾ ਮਤਲਬ ਆ ਕਿ ਅੱਗੇ ਮੇਰੇ ਕੋਲ ਇੰਡਕਟਿਵ ਲੋਡ ਲੱਗਾ ਹੋਇਆ ਕਿਸੇ ਤਰ੍ਹਾਂ ਦਾ, ਅਤੇ ਜਿਹੜੀ ਮੇਰੀ ਪੋਟੈਂਸ਼ੀਅਲ ਕੋਇਲ ਆ, ਪੋਟੈਂਸ਼ੀਅਲ ਕੋਇਲ ਦੇ ਵਿੱਚ ਤਾਂ ਖੁਦ ਹੀ ਨੰਬਰ ਆਫ ਟਰਨਸ ਜਿਹੜੀਆਂ ਹੁੰਦੀਆਂ ਉਹ ਜ਼ਿਆਦਾ ਹੁੰਦੀਆਂ, ਪੈਰਲ ਦੇ ਵਿੱਚ ਕਨੈਕਟ ਹੁੰਦੀ, ਇਸ ਕਰਕੇ ਨੰਬਰ ਆਫ ਟਰਨਸ ਉੱਤੇ ਆਪਾਂ ਕੀ ਕਰਦੇ ਹਾਂ, ਜ਼ਿਆਦਾ ਰੱਖਦੇ ਹਾਂ। ਸੋ ਉਹਦੀ ਇੰਡਕਟੈਂਸ ਤਾਂ ਹੋਰ ਜ਼ਿਆਦਾ ਹੈਗੀ ਹੈ ਪਹਿਲਾਂ, ਉਹਦੇ ਕਰਕੇ ਕੀ ਆ, ਮੇਰੇ ਕੋਲ ਜਿਹੜਾ ਇੰਸਟਰੂਮੈਂਟ ਹੁੰਦਾ ਨਾ ਉਹਦੇ ਵਿੱਚ ਐਰਰ ਆ ਜਾਂਦੇ ਆ। ਨੈਕਸਟ ਕੀ ਆ, the reading of instrument may be affected by stray field acting on moving coil। ਸੋ ਜਿਹੜਾ ਮੂਵਿੰਗ ਕੋਇਲ ਦੇ ਉੱਪਰ stray ਮੈਗਨੈਟਿਕ ਫੀਲਡ ਜਿਹੜਾ ਆ ਉਹ ਵੀ ਕੀ ਹੈ, ਇਹਦੀ ਵਰਕਿੰਗ ਨੂੰ ਇਫੈਕਟ ਕਰਦਾ ਹੈ।
ਸੋ ਜੇ ਆਪਾਂ ਸਟੇ ਮੈਗਨੈਟਿਕ ਫੀਲਡ ਤੋਂ ਆਪਣੇ ਇੰਸਟਰੂਮੈਂਟ ਨੂੰ ਬਚਾਉਣਾ ਆ ਤਾਂ ਉਹਦੇ ਵਾਸਤੇ ਕੀ ਹੈ, ਮੈਨੂੰ ਮੈਗਨੈਟਿਕ ਸ਼ੀਲਡ ਜਿਹੜੀ ਆ ਉਹ ਪ੍ਰੋਵਾਈਡ ਕਰਵਾਉਣੀ ਪੈਣੀ ਆ, ਜਾਂ ਫਿਰ ਮੈਨੂੰ ਕੀ ਆ ਪੂਰੀ ਜਿਹੜੇ ਆਪਣੇ ਵਰਕਿੰਗ ਪਾਰਟਸ ਹੈਗੇ ਆ ਉਹਦੇ ਫਿਕਸਡ ਕੋਇਲ ਮੂਵਿੰਗ ਕੋਇਲ ਉਹਨਾਂ ਨੂੰ ਕੀ ਆ ਪੂਰੀ ਤਰ੍ਹਾਂ ਦੇ ਨਾਲ ਆਇਰਨ ਕੇਸ ਦੇ ਵਿੱਚ ਰੱਖਣਾ ਪੈਣਾ, ਤਾਂ ਜਿਹੜਾ ਆ ਮੇਰਾ ਇੰਸਟਰੂਮੈਂਟ ਜਿਹੜਾ ਇਸ ਐਰਰ ਤੋਂ ਬਚੂਗਾ, ਜਾਂ ਇਸ ਸਟੇ ਮੈਗਨੈਟਿਕ ਫੀਲਡ ਤੋਂ ਜਿਹੜਾ ਆਪਾਂ ਆਪਣੇ ਇੰਸਟਰੂਮੈਂਟ ਦੀ ਰੀਡਿੰਗ ਨੂੰ ਬਚਾ ਸਕਦੇ ਹਾਂ। ਹੁਣ ਨੈਕਸਟ ਮੇਰੇ ਕੋਲ ਆ ਜਾਂਦੇ ਆ ਐਰਰ ਇਨ ਡਾਇਨਾਮੋਮੀਟਰ ਟਾਈਪ ਵਾਟਮੀਟਰਸ। ਜਿਹੜਾ ਫਸਟ ਐਰਰ ਇਹਦੇ ਵਿੱਚ ਕੀ ਹੁੰਦਾ, ਤੁਹਾਨੂੰ ਮੈਂ ਉੱਪਰ ਵੀ ਆ ਦੇਖੋ ਇਸ ਪੁਆਇੰਟ ਦੇ ਵਿੱਚ ਵੀ ਦੱਸਿਆ ਸੀਗਾ ਕਿ ਜਦੋਂ ਆਪਣੀ ਇੰਡਕਟੈਂਸ ਜਿਹੜੀ ਆ ਪੋਟੈਂਸ਼ੀਅਲ ਕੋਇਲ ਦੀ ਜਿਹੜੀ ਆ ਉਹ ਜ਼ਿਆਦਾ ਹੁੰਦੀ ਹੈ ਪਹਿਲਾਂ ਹੀ, ਬਟ ਜੇ ਪਾਵਰ ਫੈਕਟਰ ਵੀ ਲੋ ਹੋਵੇ ਉੱਪਰੋਂ ਤਾਂ ਕੀ ਹੁੰਦਾ ਆ, ਜਿਹੜਾ ਵਾਟਮੀਟਰ ਹੁੰਦਾ ਨਾ ਉਹ ਜ਼ਿਆਦਾ ਰੀਡਿੰਗ ਦਿਖਾਉਣ ਲੱਗ ਪੈਂਦਾ ਲੈਗਿੰਗ ਪਾਵਰ ਫੈਕਟਰ 'ਤੇ, ਅਤੇ ਜੇ ਆਪਣੇ ਲੀਡਿੰਗ ਪਾਵਰ ਫੈਕਟਰ ਆ ਗਿਆ ਤਾਂ ਉਹ ਰੀਡਿੰਗ ਜਿਹੜੀ ਹੁੰਦੀ ਆ ਉਹ ਲੋ ਦਿਖਾਉਣ ਲੱਗ ਪੈਂਦਾ। ਸੋ ਇਹ ਐਰਰ ਨੂੰ ਕੰਪਨਸੇਟ ਕਰਨ ਵਾਸਤੇ ਆਪਾਂ ਕੀ ਕਰਦੇ ਹਾਂ, ਇੱਕ ਕਪੈਸਿਟਰ ਕਨੈਕਟ ਕਰ ਦਿੰਦੇ ਹਾਂ ਨਾਲ, ਠੀਕ ਆ। ਸੋ ਕਪੈਸਿਟਰ ਦੇ ਨਾਲ ਕੀ ਹੈ, ਇਹ ਐਰਰ ਨੂੰ ਆਪਾਂ ਐਲੀਮੀਨੇਟ ਕਰ ਸਕਦੇ ਹਾਂ। ਨੈਕਸਟ ਸੈਕਿੰਡ ਹੈਗਾ ਇਫੈਕਟ ਡਿਊ ਟੂ ਪਾਵਰ ਲੋਸ ਇਨ ਪੋਟੈਂਸ਼ੀਅਲ ਕੋਇਲ ਐਂਡ ਕਰੰਟ ਕੋਇਲ। ਸੋ ਦੂਸਰਾ ਕਹਿੰਦਾ ਪੋਸੀਬਲ ਰੀਜ਼ਨ ਹੋ ਸਕਦਾ ਐਰਰ ਦਾ ਕੀ ਆ, ਪੋਟੈਂਸ਼ੀਅਲ ਕੋਇਲ ਅਤੇ ਕਰੰਟ ਕੋਇਲ ਦੇ ਵਿੱਚ ਕਿ ਕੁਛ ਵੋਲਟੇਜ ਡ੍ਰੌਪ ਜਿਹੜਾ ਹੈ ਨਾ ਦੋਨੋਂ ਕੋਇਲਸ ਦੇ ਵਿੱਚ ਹੋ ਜਾਵੇ, ਕਿਉਂਕਿ ਐਕਚੁਅਲ ਦੇ ਵਿੱਚ ਹੈਗਾ ਤਾਂ ਇੰਡਕਟਿਵ ਲੋਡ ਹੀ ਹੈ ਨਾ, ਚਾਹੇ ਉਹ ਮੇਰੀ ਪੋਟੈਂਸ਼ੀਅਲ ਕੋਇਲ ਹੈ ਚਾਹੇ ਕਰੰਟ ਕੋਇਲ ਆ, ਦੋਨੋਂ ਕੀ ਹੈ ਇੰਡਕਟਿਵ ਲੋਡ ਆ। ਸੋ ਉਹਨਾਂ ਦੇ ਵਿੱਚ ਕੀ ਹੈ ਕਿਸੇ ਵੀ ਤਰ੍ਹਾਂ ਦਾ ਵੋਲਟੇਜ ਡ੍ਰੌਪ ਹੋ ਸਕਦਾ ਇੰਡਕਟਿਵ ਲੋਡ ਦੇ ਹੋਣ ਦੇ ਕਰਕੇ, ਮੈਗਨੈਟਿਕ ਫੀਲਡ ਦੇ ਵਿੱਚ ਕੁਛ ਐਨਰਜੀ ਵੇਸਟ ਹੋ ਸਕਦੀ ਆ, ਜਾਂ ਫਿਰ ਐਡੀ ਕਰੰਟ ਲਾਸ ਦੇ ਵਿੱਚ ਐਨਰਜੀ ਵੇਸਟ ਹੋ ਸਕਦੀ ਆ। ਸੋ ਉਹ ਐਨਰਜੀ ਵੇਸਟੇਜ ਜਿਹੜੀ ਆ ਉਹ ਵੀ ਮੀਟਰ ਜਿਹੜਾ ਆ ਕੈਰੀ ਕਰਦਾ, ਠੀਕ ਆ। ਸੋ ਉਹਦੇ ਕਰਕੇ ਕੀ ਆ ਮੇਰੇ ਕੋਲ ਕੀ ਆ ਪਾਵਰ ਲਾਸ ਹੋ ਸਕਦਾ, ਅਤੇ ਮੇਰੀ ਰੀਡਿੰਗ ਜਿਹੜੀ ਆ ਥੋੜ੍ਹੀ ਇਫੈਕਟ ਹੋ ਸਕਦੀ ਹੈ, ਯਾਨੀ ਕਿ ਰੀਡਿੰਗ ਜਿਹੜੀ ਆ ਐਕਚੁਅਲ 'ਚ ਜ਼ਿਆਦਾ ਹੋਊਗੀ ਅਤੇ ਕੁਛ ਪੁਆਇੰਟ ਮੀਟਰ ਘੱਟ ਦਿਖਾਊਗਾ। ਨੈਕਸਟ ਐਰਰ ਆ ਜਾਂਦਾ ਮੇਰੇ ਕੋਲ ਐਰਰ ਡਿਊ ਟੂ ਐਡੀ ਕਰੰਟ। ਦੇਖੋ ਜੇ ਮੇਰੇ ਕੋਲ ਮੇਰੇ ਇੰਸਟਰੂਮੈਂਟ ਦੇ ਵਿੱਚ ਸੋਲਿਡ ਜਿਹੜੇ ਆ ਮੈਟਲ ਪਾਰਟਸ ਹੈਗੇ ਆ, ਤਾਂ ਉਸ ਟਾਈਮ 'ਤੇ ਕੀ ਹੋਊਗਾ, ਜਿਹੜਾ ਅਲਟਰਨੇਟਿੰਗ ਮੈਗਨੈਟਿਕ ਫੀਲਡ ਮੇਰਾ ਬਣ ਰਿਹਾ ਆ, ਕਿਉਂਕਿ ਅਲਟਰਨੇਟਿੰਗ ਸਪਲਾਈ ਦਿੱਤੀ ਆ ਤਾਂ ਕੋਇਲਸ ਦੇ ਵਿੱਚ ਅਲਟਰਨੇਟਿੰਗ ਮੈਗਨੈਟਿਕ ਫੀਲਡ ਹੀ ਬਣਨਾ, ਠੀਕ ਆ। ਉਹ ਮਿਊਚੁਅਲ ਇੰਡਕਟੈਂਸ ਦੇ ਕਰਕੇ ਕੀ ਹੋਣਾ, ਜਿਹੜੇ ਸੋਲਿਡ ਪਾਰਟ ਆ ਨਾ ਉਹਨਾਂ ਦੇ ਵਿੱਚ ਕੀ ਆ ਕਰੰਟ ਜਿਹੜਾ ਫਲੋ ਹੋਣ ਲੱਗ ਪੈਣਾ, ਅਤੇ ਉੱਥੇ ਕੀ ਆ ਐਡੀ ਕਰੰਟ ਬਣ ਜਾਣਾ। ਜਿਹੜਾ ਐਡੀ ਕਰੰਟ ਹੁੰਦਾ ਨਾ ਐਕਚੁਅਲ ਦੇ ਵਿੱਚ ਫਲੋ ਨਹੀਂ ਕਰਦਾ ਸਰਕਿਟ ਦੇ ਵਿੱਚ, ਇਹ ਕੀ ਆ ਉਸੇ ਜਗ੍ਹਾ ਦੇ ਵਿੱਚ ਨਾ ਘੁੰਮਦਾ ਰਹਿੰਦਾ ਕਰੰਟ, ਠੀਕ ਆ। ਉਸ ਜਦੋਂ ਉਸੇ ਜਗ੍ਹਾ 'ਚ ਕਰੰਟ ਘੁੰਮਦਾ ਰਹਿੰਦਾ ਅਤੇ ਉਹ ਜਿਹੜੇ ਪੀਸ ਹੁੰਦੇ ਆ ਆਇਰਨ ਦਾ ਜਾਂ ਕੋਈ ਵੀ ਸੋਲਿਡ ਮੈਟਲ ਪਾਰਟ ਆ, ਉਹਨੂੰ ਉੱਥੇ ਕੀ ਕਰਦਾ ਹੀਟ ਪ੍ਰੋਡਿਊਸ ਕਰਦਾ। ਸੋ ਇੱਕ ਤਰ੍ਹਾਂ ਉਹ ਜਿਹੜੀ ਹੀਟ ਪ੍ਰੋਡਿਊਸ ਹੋਈ ਉਹ ਆਪਣੇ ਕਿਸੇ ਕੰਮ ਦੀ ਨਹੀਂ ਆ, ਉਹ ਟੋਟਲੀ ਵੇਸਟ ਆ ਆਪਣੇ ਵਾਸਤੇ। ਸੋ ਉਹਦੇ ਕਰਕੇ ਵੀ ਕੀ ਹੁੰਦਾ ਆ, ਜਿਹੜਾ ਆਪਣਾ ਇੰਸਟਰੂਮੈਂਟ ਹੁੰਦਾ ਨਾ ਉਹ ਐਰਰ ਸ਼ੋ ਕਰ ਦਿੰਦਾ। ਸੋ ਐਡੀ ਤੁਹਾਨੂੰ ਦੱਸ ਦੇਣਾ ਐਡੀ ਕਰੰਟ ਫਲੋ ਕਿੱਦਾਂ ਕਰਦਾ, ਜਿੱਦਾਂ ਮੰਨ ਲਓ ਬਹੁਤ ਇੱਕ ਜਗ੍ਹਾ 'ਤੇ ਬਹੁਤ ਸਾਰਾ ਪਾਣੀ ਖੜਾ ਹੋਇਆ, ਅਤੇ ਜਦੋਂ ਉੱਥੇ ਆਪਾਂ ਗਟਰ ਦਾ ਢੱਕਣ ਖੋਲ੍ਹ ਦਿੰਦੇ ਹਾਂ ਤਾਂ ਪਾਣੀ ਕਿੱਦਾਂ ਘੁੰਮ ਕੇ ਵਿੱਚ ਜਾਂਦਾ ਗਟਰ ਦੇ, ਠੀਕ ਆ। ਸੇਮ ਹੀ ਕਰੰਟ ਵੀ ਇੱਦਾਂ ਦਾ ਹੀ ਫਲੋ ਕਰਦਾ ਹੁੰਦਾ, ਉਹ ਐਡੀਸ ਬਣ ਜਾਂਦੀਆਂ ਕਰੰਟ ਦੀਆਂ ਨਾ, ਕਰੰਟ ਉਸੇ ਜਗ੍ਹਾ 'ਚ ਰਾਊਂਡ ਘੁੰਮਦਾ ਰਹਿੰਦਾ। ਸੋ ਕਰੰਟ ਅੱਗੇ ਫਲੋ ਨਹੀਂ ਕਰਦਾ, ਉਹ ਜਿਹੜਾ ਲਾਸ ਹੁੰਦਾ ਉਹਨੂੰ ਆਪਾਂ ਐਡੀ ਕਰੰਟ ਲਾਸ ਕਹਿੰਦੇ ਹਾਂ। ਸੋ ਉਹ ਜਿਹੜਾ ਲਾਸ ਹੁੰਦਾ ਉਹਦੇ ਕਰਕੇ ਵੀ ਜਿਹੜਾ ਇੰਸਟਰੂਮੈਂਟ ਦੇ ਵਿੱਚ ਮੇਰਾ ਐਰਰ ਆ ਜਾਂਦਾ। ਸੋ ਇਹ ਐਰਰ ਨੂੰ ਰਿਡਿਊਸ ਕਰਨ ਵਾਸਤੇ ਆਪਾਂ ਇੱਕੋ ਚੀਜ਼ ਕਰ ਸਕਦੇ ਹਾਂ ਕਿ ਜਿਹੜੇ ਸੋਲਿਡ ਮੈਟਲ ਦੇ ਪਾਰਟ ਆ ਉਹਨਾਂ ਨੂੰ ਆਪਾਂ ਜ਼ਿਆਦਾ ਯੂਜ਼ ਨਾ ਕਰੀਏ, ਠੀਕ ਆ, ਜਾਂ ਫਿਰ ਉਹਨੂੰ ਕਰੰਟ ਕੋਇਲ ਤੋਂ ਜਿੰਨਾ ਦੂਰ ਹੋ ਸਕਦਾ ਉਨਾ ਦੂਰ ਹੀ ਆਪਾਂ ਜਿਹੜਾ ਹੈ ਉਹਨੂੰ ਰੱਖੀਏ। ਇਹੀ ਵਜ੍ਹਾ ਹੈ ਕਿ ਆਪਣੇ ਜਿਹੜੇ ਇੰਸਟਰੂਮੈਂਟ ਮੋਸਟਲੀ ਹੁੰਦੇ ਵੀ ਉਹਨਾਂ ਦੀ ਪਲਾਸਟਿਕ ਬੋਡੀ ਹੁੰਦੀ ਉੱਪਰੋਂ, ਠੀਕ ਹੈ। ਸੋ ਟੂ ਰਿਡਿਊਸ ਦਿਸ ਐਰਰ the solid metal part are removed as far away from the current coil as possible। ਲਾਸਟ ਮੇਰੇ ਕੋਲ ਆ ਜਾਂਦਾ ਐਰਰ ਡਿਊ ਟੂ ਸਟ੍ਰੇ ਮੈਗਨੈਟਿਕ ਫੀਲਡ। ਦੇ ਉੱਪਰ ਵੀ ਆਪਾਂ ਸਟੱਡੀ ਕੀਤਾ ਸੀਗਾ ਕਿ ਸਟ੍ਰੇ ਮੈਗਨੈਟਿਕ ਫੀਲਡ ਕਰਕੇ ਵੀ ਕੀ ਹੈ ਮੇਰੇ ਤੋਂ ਐਰਰ ਆ ਜਾਂਦਾ, ਠੀਕ ਹੈ। ਕਿਉਂਕਿ ਜਿਹੜਾ ਆਪਣੇ ਡਾਇਨਾਮੋਮੀਟਰ ਟਾਈਪ ਵਾਟਮੀਟਰ ਹੁੰਦੇ ਨੇ ਦਾ ਆਪਰੇਟਿੰਗ ਫੀਲਡ ਜਿਹੜਾ ਹੁੰਦਾ ਨਾ ਸਟਰੋਂਗ ਨਹੀਂ ਹੁੰਦਾ, ਜਿਹਦੇ ਕਰਕੇ ਕੀ ਆ ਸਟ੍ਰੇ ਮੈਗਨੈਟਿਕ ਫੀਲਡ ਜਿਹੜਾ ਹੁੰਦਾ ਨਾ ਉਹ ਕੋਈ ਸੀਰੀਅਸ ਐਰਰ ਜਿਹੜਾ ਹੈ ਨਾ ਕਾਜ਼ ਕਰ ਸਕਦਾ ਮੇਰੀ ਵਰਕਿੰਗ ਦੇ ਉੱਪਰ। ਸੋ ਉਹਨੂੰ ਜੇ ਆਪਾਂ ਖਤਮ ਕਰਨਾ ਸਟ੍ਰੇ ਮੈਗਨੈਟਿਕ ਫੀਲਡ ਨੂੰ, ਤਾਂ ਆਪਾਂ ਨੂੰ ਕੀ ਆ ਆਇਰਨ ਕੇਸਿੰਗ ਲਾਉਣੀ ਪੈਣੀ ਆ ਆਪਣੇ ਵਰਕਿੰਗ ਪਾਰਟ ਦੇ ਉੱਪਰ। ਹੁਣ ਦੇਖੋ ਇਹ ਦੋਨੋਂ ਪਾਰਟ ਇੱਕ ਦੂਜੇ ਨਾਲ ਰਿਲੇਟਡ ਆ। ਜੇ ਮੈਂ ਸਟ੍ਰੇ ਮੈਗਨੈਟਿਕ ਫੀਲਡ ਨੂੰ ਦੇਖਾਂ, ਸਟ੍ਰੇ ਮੈਗਨੈਟਿਕ ਫੀਲਡ ਨੂੰ ਖਤਮ ਕਰਨ ਵਾਸਤੇ ਕੀ ਆ ਮੈਨੂੰ ਆਇਰਨ ਕੇਸਿਸ ਲਾਉਣੇ ਪੈਣੇ ਜਿੰਨੇ ਵੀ ਵਰਕਿੰਗ ਪਾਰਟ ਆ ਕਰੰਟ ਕੋਇਲ ਪੋਟੈਂਸ਼ੀਅਲ ਕੋਇਲ। ਬਟ ਜੇ ਮੈਂ ਉੱਥੇ ਆਇਰਨ ਕੇਸਿੰਗ ਲਾ ਦਿੰਦਾ ਤਾਂ ਉੱਥੇ ਕੀ ਐਡੀ ਕਰੰਟ ਲਾਸ ਹੋਣ ਲੱਗ ਪੈਣਾ, ਠੀਕ ਆ। ਸੋ ਆਪਾਂ ਨੂੰ ਦੇਖਣਾ ਪੈਂਦਾ ਦੋਨੋਂ 'ਚ ਕਿਹੜਾ ਪ੍ਰੋਮੀਨੈਂਟ ਅਤੇ ਕਿਸ ਹਿਸਾਬ ਨਾਲ ਡਿਜ਼ਾਈਨ ਕਰਨਾ। ਇਸੇ ਕਰਕੇ ਜਿਹੜੇ ਆਪਣੇ ਇੰਸਟਰੂਮੈਂਟ ਹੁੰਦੇ ਨੇ ਉਹ ਡਿਜ਼ਾਈਨ ਕਰਨਾ ਕੋਈ ਇੰਨਾ ਵੀ ਸੌਖਾ ਨਹੀਂ ਹੋਵੇ, ਦੋ ਕੋਇਲਾਂ ਜੋੜੀਆਂ ਤਾਂ ਚਲੋ ਇੰਸਟਰੂਮੈਂਟ ਬਣ ਗਿਆ, ਠੀਕ ਆ। ਇਹ ਜਿਹੜੀਆਂ ਛੋਟੀਆਂ ਗੱਲਾਂ ਹੁੰਦੀਆਂ ਇਹਨਾਂ ਦਾ ਧਿਆਨ ਰੱਖਣਾ ਪੈਂਦਾ ਬਹੁਤ, ਤਾਂ ਹੀ ਆਪਾਂ ਜਾ ਕੇ ਕੀ ਹੈ ਇੱਕ ਐਕੂਰੇਟ ਇੰਸਟਰੂਮੈਂਟ ਜਿਹੜਾ ਆ ਉਹਨੂੰ ਆਪਾਂ ਬਣਾ ਸਕਦੇ ਹਾਂ। ਸੋ ਇਹ ਸੀ ਆਪਣਾ ਅੱਜ ਦਾ ਟੌਪਿਕ ਡਾਇਨਾਮੋਮੀਟਰ ਟਾਈਪ ਵਾਟਮੀਟਰ। ਬਹੁਤ ਸਿੰਪਲ ਟੌਪਿਕ ਆ ਇਹ, ਠੀਕ ਆ। ਇਹਨੂੰ ਚੰਗੀ ਤਰ੍ਹਾਂ ਤੁਸੀਂ ਨੋਟਸ ਬਣਾਉਣੇ, ਸਟੱਡੀ ਕਰ ਲੈਣਾ, ਕੋਈ ਕੁਐਸਚਨ ਹੋਇਆ ਤਾਂ ਪੁੱਛ ਲਈਓ, ਠੀਕ ਹੈ। ਸੋ ਅੱਜ ਜਿਹੜੇ ਆਪਾਂ ਕੀਤੇ ਆ ਸਟੱਡੀ ਇਹਦੀ ਕੰਸਟਰਕਸ਼ਨ, ਵਰਕਿੰਗ, ਐਡਵਾਂਟੇਜ, ਡਿਸਐਡਵਾਂਟੇਜ ਅਤੇ ਐਰਰ ਜਿਹੜੇ ਆ ਉਹ ਸਟੱਡੀ ਕੀਤੇ ਆ। ਨੈਕਸਟ ਆਪਾਂ ਜਿਹੜਾ ਕਰਾਂਗੇ ਉਹ ਆਪਾਂ ਇੰਡਕਸ਼ਨ ਟਾਈਪ ਜਿਹੜਾ ਆ ਮੀਟਰ ਸਟੱਡੀ ਕਰਾਂਗੇ, ਇੰਡਕਸ਼ਨ ਟਾਈਪ ਵਾਟਮੀਟਰ ਸਟੱਡੀ ਕਰਾਂਗੇ। ਸੋ ਉਹ ਆਪਾਂ ਚੰਗੀ ਤਰ੍ਹਾਂ ਸਟੱਡੀ ਕਰਨਾ, ਬਿਕੋਜ਼ ਉਹਦੇ ਨਾਲ ਦਾ ਹੀ ਆਪਣਾ ਜਿਹੜਾ ਹੁੰਦਾ ਐਨਰਜੀ ਮੀਟਰ ਵੀ ਹੁੰਦਾ, ਸੇਮ ਹੀ ਵਰਕਿੰਗ ਹੁੰਦੀ ਆਲਮੋਸਟ ਦੋਨਾਂ ਦੀ, ਠੀਕ ਹੈ। ਓਕੇ, ਥੈਂਕ ਯੂ।